हाँ जी, शुरू करते हैं बच्चों ਆਪਾਂ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ। ਤੇ ਕੱਲ ਦੀ ਕਲਾਸ ਆਪਣੀ ਅਚਾਨਕ ਹੀ ਠੁੱਸ ਹੋ ਗਈ ਰਾਜੇ। ਕੱਲ ਦੀ ਮਤਲਬ ਪਿਛਲੀ ਕਲਾਸ ਹੀ ਆਪਣੀ, ਬਟ ਕੋਈ ਚੱਕਰ ਵਾਲੀ ਗੱਲ ਨਹੀਂ। ਜਿੰਨਾ ਫਿਰ ਵੀ ਆਪਾਂ ਕਰਿਆ ਹੋਊਗਾ ਮੇਰੇ ਅਕੋਰਡਿੰਗ ਸਮਝ ਆ ਗਿਆ ਹੋਊਗਾ। ਜਮਾ ਆਪਾਂ ਸਟਾਰਟ ਬੱਚੋ ਉੱਥੋਂ ਹੀ ਕਰਾਂਗੇ ਜਿੱਥੇ ਆਪਣੀ ਲਾਸਟ ਕਲਾਸ ਅਚਾਨਕ ਹੀ ਠੱਪ ਹੋ ਗਈ ਸੀ। ਠੀਕ ਹੈ, ਕੋਈ ਚੱਕਰ ਵਾਲੀ ਗੱਲ ਨਹੀਂ, ਇਹ ਬੜੀ ਗੱਲ ਹੈ। हाँ ठीक है, जिन्ना आप करिया उन्ना तुसीं नोट कर लिया होगा। ਆਪਾਂ ਇੱਕ ਤੁਹਾਨੂੰ ਮੈਂ ਕਿਉਂਕਿ ਚਲੋ ਰਿਵੀਜ਼ਨ ਕਰਵਾਈ ਦਿੰਨਾ। ਪਹਿਲਾਂ ਆਪਾਂ ਦੇਖਿਆ ਬੱਚੋ ਰੈਗੂਲੇਟਿੰਗ ਐਕਟ 7073, ਉਹ ਚ ਆਪਾਂ ਕੀ ਦੇਖਿਆ ਸੀ, ਕੋਰਟ ਆਫ ਡਾਇਰੈਕਟਰ ਤੇ 3 ਪ੍ਰੈਜ਼ੀਡੈਂਸੀਜ਼ ਤੇ ਸੁਪਰੀਮ ਕੋਰਟ ਦੀ ਐਸਟੈਬਲਿਸ਼ਮੈਂਟ। ਫਿਰ ਬੱਚੋ ਪਿਟਸ ਇੰਡੀਆ ਐਕਟ 1784, ਉਹ ਚ ਆਪਾਂ ਦੇਖਿਆ ਬੋਰਡ ਆਫ ਕੰਟਰੋਲ। ਬਾਕੀ ਸਾਰੇ ਪੁਆਇੰਟ ਠੀਕ ਹੈ, ਜਾਇਜ਼ ਜਾਇਜ਼ ਜੇ ਪੁਆਇੰਟ ਹੈ। ਬਟ ਹੁਣ ਆਪਾਂ ਦੇਖਣਾ ਬੱਚੋ ਵੀ ਜਦੋਂ ਉਹ ਦੋਨੇ ਐਕਟਾਂ ਨੇ ਕੰਪਨੀ ਨੂੰ ਚੰਗੀ ਤਰ੍ਹਾਂ ਪਾਵਰ ਦੇਤੀ, ਕੰਪਨੀ ਨੂੰ ਚੰਗੀ ਤਰ੍ਹਾਂ ਮੈਨੇਜ ਕਰਕੇ ਰੈਗੂਲੇਟ ਕਰ ਲਿਆ, ਕੰਪਨੀ ਹੁਣ ਚਾਂਬਲੀ ਫਿਰਦੀ ਹੈ, ਕੰਪਨੀ ਦਾ ਹੁਣ ਵਪਾਰ ਆਪਣੇ ਦੇਸ਼ 'ਚ ਅੰਨਾ ਹੋ ਗਿਆ, ਤਾਂ ਉਹਨਾਂ ਨੇ ਫਿਰ ਕੰਪਨੀ ਨੂੰ, ਉਹਨਾਂ ਮਤਲਬ ਯੂਕੇ ਗਵਰਨਮੈਂਟ ਨੇ ਫਿਰ ਕੰਪਨੀ ਨੂੰ ਕੀ ਦਿੱਤਾ, ਆਪਾਂ ਕਹਿ ਦਈਏ ਲਾਇਸੈਂਸ ਦਿੱਤਾ, ਕੰਟਰੈਕਟ ਦਿੱਤਾ ਕਿ ਕਾਹਦੇ ਵਾਸਤੇ, ਵੀ ਹੁਣ ਤੁਸੀਂ ਇਸ ਮੁਲਕ ਦੇ ਵਿੱਚ 20 ਸਾਲਾਂ ਵਾਸਤੇ ਵਪਾਰ ਕਰੋ, ਛਿੱਲ ਪੱਟੋ ਤੇ ਸਾਨੂੰ ਵਾਧੂ ਪੈਸਾ ਭੇਜੋ। ਹੁਣ ਆਪਣਾ ਵਿੱਚ ਮੇਨ ਕੰਮ ਸਟਾਰਟ ਹੁੰਦਾ ਜਿੱਥੇ ਕੱਲ ਅਚਾਨਕ ਕੰਮ ਠੱਪ ਹੋਇਆ ਸੀ, ਉਹ ਸੀ ਆਪਣਾ ਚਾਰਟਰ ਐਕਟ 1793। ਚਾਰਟਰ ਐਕਟ 1793, ਇਹ ਜੋ ਚਾਰਟਰ ਹੈ, ਚਾਰਟਰ ਦਾ ਮਤਲਬ ਬੱਚੋ ਇੱਕ ਲਾਇਸੈਂਸ ਕਹਿ ਲਓ, ਆਪਾਂ ਇੱਕ ਸਰਟੀਫਿਕੇਟ ਕਹਿ ਲਓ, ਇਹ ਇੱਥੇ ਹੀ ਹੈ ਜਿਹਨੂੰ ਆਪਾਂ ਕਹਿ ਦਿੰਦੇ ਆ ਵੀ ਆਪਣੇ ਮੁਲਕ ਦੀ ਛਿੱਲ ਪੱਟਣ ਵਾਸਤੇ ਪਾਸ ਕੀਤਾ ਗਿਆ ਸੀਗਾ। ਕਿਉਂਕਿ ਇਸ ਐਕਟ ਨੇ ਅਥੋਰਾਈਜ਼ ਕਰਤਾ ਬੱਚੋ ਕੰਪਨੀ ਨੂੰ ਵੀ ਟੂ ਕੈਰੀ ਔਨ ਦ ਟ੍ਰੇਡ ਵਿਦ ਇੰਡੀਆ ਫॉर ਨੈਕਸਟ 20 ਇਅਰਸ। ਵੀ ਇੱਥੋਂ ਕੀ ਪਤਾ ਲੱਗਦਾ ਹੈ ਵੀ ਇਸ ਐਕਟ ਨੇ ਆਪਣੀ ਉਸ ਇੱਕ ਕੰਪਨੀ ਦੀ ਮੋਨੋਪੋਲੀ ਬਣਾਤੀ। ਮੋਨੋਪੋਲੀ ਬਣਾਤੀ ਦਾ ਮਤਲਬ ਕੀ ਹੁੰਦਾ ਹੈ ਵੀ ਤੁਸੀਂ ਹੀ ਇਸ ਮੁਲਕ 'ਚ ਵਪਾਰ ਕਰਨਾ ਹੈ, ਹੋਰ ਕੋਈ ਨਹੀਂ ਆਊਗਾ ਤੁਹਾਡੇ ਵਿੱਚ ਇੱਥੇ ਹੋਰ ਵਪਾਰ ਕਰਨ ਵਾਸਤੇ, ਤੁਸੀਂ ਇਕੱਲਿਆਂ ਨਹੀਂ ਕਰਨਾ। ਤਾਂ ਬਦਲੇ ਵਿੱਚ ਆਹ ਦੇਖੋ ਤੁਸੀਂ, ਇਹਨੂੰ ਕਹਿੰਦੇ ਆ ਬਦਲੇ ਦੇ ਵਿੱਚ ਕੰਪਨੀ ਪੇ ਕਰੂਗੀ 5 ਲੱਖ ਬ੍ਰਿਟਿਸ਼ ਪਾਉਂਡਸ। ਸਹੀ ਹੈ ਨਾ, ਵੈਰੀ ਗੁੱਡ। ਹਾਂ, ਕੰਪਨੀ ਪੇ ਕਰੂਗੀ 5 ਲੱਖ ਬ੍ਰਿਟਿਸ਼ ਪਾਉਂਡਸ ਐਨੂਅਲੀ, ਜਿਹੜਾ ਕਿ ਉਹਨਾਂ ਦਾ ਮਤਲਬ ਸਰਪਲਸ ਰੈਵਨਿਊ ਹੋਊਗਾ। ਸਰਪਲਸ ਮਤਲਬ ਖਰਚਾ ਪਾਣੀ ਕੱਢਣ ਤੋਂ ਬਾਅਦ। ਇਮੇਜਿਨ ਕਰ ਸਕਦੇ ਹਾਂ ਆਪਾਂ ਵੀ ਖਰਚਾ ਪਾਣੀ ਕੱਢਣ ਤੋਂ ਬਾਅਦ ਵੀ 5 ਲੱਖ ਰੈਵਨਿਊ ਬ੍ਰਿਟਿਸ਼ ਪਾਉਂਡ। ਕਮਾਲ ਦੀ ਗੱਲ ਹੈ। ਤਾਂ ਹੀ ਤਾਂ ਆਪਣੇ ਮੁਲਕ ਦੇ ਬਹੁਤ ਵਿਦਵਾਨ ਪਰਸਨੈਲਿਟੀਆਂ, ਅੱਗੇ ਆਪਾਂ ਹਿਸਟਰੀ 'ਚ ਪੜਾਂਗੇ, ਉਹ ਜ਼ੋਰ ਪਾਉਣਗੇ ਵੀ ਯੂਕੇ ਕੀ ਸੀਗਾ, ਨੰਗ ਮੁਲਕ ਹੈ, ਭੁੱਖੇ ਮਰਦੇ ਸੀ, ਵੀ ਉਹਨਾਂ ਦੀ ਇਕੋਨਮੀ ਆਪਣੇ ਗਿੱਟੇ ਵਰਗੀ ਸੀ। ਉਹ ਸਾਰੇ ਮੁਲਕ ਦੀ, ਆਪਣੇ ਮੁਲਕ ਦੀ ਸਾਰੀ ਵੈਲਥ ਨਿਚੋੜ ਕੇ, ਸਾਰਾ ਪੈਸਾ ਨਿਚੋੜ ਕੇ ਆਪਦੇ ਦੇਸ਼ 'ਚ ਲੈ ਗਏ, ਆਪਦਾ ਮੁਲਕਾਂ ਸ਼ਾਹੀ ਬਣਾ ਲਿਆ ਤੇ ਆਪਣਾ ਮੁਲਕ ਜਮਾ ਕੀ ਹੈ, ਸੜਕ ਤੇ ਲਿਆਂਦਾ, ਆਪਣਾ ਮੁਲਕ ਜਮਾ ਕੰਗਾਲ ਕਰਤਾ। ਇਹ ਤਾਂ ਹੀ ਤਾਂ ਆਪਣੇ ਅੱਗੇ ਬਹੁਤ ਇਤਿਹਾਸਕਾਰ ਜ਼ੋਰ ਦੇਣਗੇ, ਅੱਜ ਵੀ ਲੀਡਰ ਬਹੁਤ ਆਪਣੇ ਦਿੰਦੇ ਹੈ ਵੀ ਯੂਕੇ ਤਾਂ ਕੁਝ ਵੀ ਨਹੀਂ ਸੀ ਹੁੰਦਾ। 1793 ਦੀ ਗੱਲ ਹੈ, ਉਦੋਂ ਇਹਨਾਂ ਨੇ ਪਾਉਂਡ ਆਪਣੇ ਦੇਸ਼ 'ਚ ਭੇਜੇ। ਆ ਪਾਉਂਡ ਕਿੱਥੋਂ ਜਾ ਰਹੇ ਹੈ, ਆਪਣੇ ਦੇਸ਼ ਤੋਂ ਜਾ ਰਹੇ ਹੈ, ਆਪਣੇ ਧਰਤੀ ਤੋਂ ਜਾ ਰਹੇ ਹੈ, ਆਪਣੇ ਮੁਲਕ ਦੀ ਕਮਾਈ ਤੋਂ ਜਾ ਰਹੇ ਹੈ। ਹੁਣ ਆਪਾਂ ਆਪ ਸੋਚੋ। ਤੇ ਦੂਜੀ ਗੱਲ, ਮੈਂ ਤੁਹਾਨੂੰ ਕੀ ਕਿਹਾ ਸੀ ਵੀ ਕੰਪਨੀ ਕਦੋਂ ਪਿੱਟਦੀ ਹੁੰਦੀ ਹੈ, ਕੰਪਨੀ ਪਿੱਟਦੀ ਹੁੰਦੀ ਹੈ ਜਦੋਂ ਆਪਣੇ ਜਿਹੜੇ ਕੰਪਨੀ ਦੇ ਆਫੀਸ਼ੀਅਲਸ ਹੈ, ਜਿਹੜੇ ਕੰਪਨੀ 'ਚ ਕੰਮ ਕਰਦੇ ਹੈ, ਉਹ ਜਾਂ ਤਾਂ ਆਪਣੇ ਰਾਜੇ ਨਾਲ ਹੱਥ ਮਿਲਾ ਲੈਂਦੇ ਹੈ, ਜਾਂ ਕਰਪਸ਼ਨ ਚਾਰਜਸ ਫਸ ਜਾਂਦੇ ਹੈ, ਵੀ ਜਾਂ ਵਗੈਰਾ ਵਗੈਰਾ ਵੈਬਤਾਂ ਦੇ ਵੀ ਗਿਫਟ ਗੁਫਟ ਲੈਣ ਲੱਗ ਜਾਂਦੇ ਹੈ, ਲਾਲਚੀ ਹੋ ਜਾਂਦੇ ਹੈ। ਤਾਂ ਇਸ ਐਕਟ ਨੇ ਬੱਚੋ ਇਹ ਵੀ ਕਹਿਤਾ ਵੀ ਕੋਈ ਵੀ ਵਿਦਾਊਟ ਪਰਮਿਸ਼ਨ ਕੋਈ ਵੀ ਸੀਨੀਅਰ ਕੰਪਨੀ ਆਫੀਸ਼ੀਅਲ ਮਤਲਬ ਲੀਵ ਨਹੀਂ ਕਰੂਗਾ ਇੰਡੀਆ ਨੂੰ, ਵੀ ਪਲ ਪਲ ਦੀ ਜਾਣਕਾਰੀ ਦੇਊਗਾ ਵੀ ਇੰਨੇ ਵੱਜ ਕੇ ਇੰਨੇ ਮਿੰਟ ਤੇ ਮੈਂ ਕਿੱਥੇ ਆ, ਵੀ ਫੇਰ ਹੀ ਕੰਪਨੀ ਪੈਸਾ ਵੱਢੂਗੀ। ਵੀ ਜੇ ਵਿੱਚ ਕੰਪਨੀ ਦੇ ਬੰਦੇ ਆਪਣੇ ਮੁਲਕ ਦੇ ਰਾਜੇ ਨਾਲ ਮਿਲ ਮੁਲ ਗਏ ਫਿਰ ਵੀ ਕੰਮ ਟੇਢਾ ਹੋ ਸਕਦਾ ਹੈ। ਸੋ ਇਹ ਚਾਰਟਰ ਐਕਟ ਬੱਚੋ ਐਡਾ ਕੀ ਹੈ, ਇਹਨਾਂ ਮੈਨੂੰ ਵੀ ਪਹਿਲੇ ਹੀ ਹੈ, ਇਹ 20 ਸਾਲਾਂ ਵਾਸਤੇ ਹੈ। ਇਹਦਾ ਮਤਲਬ ਤੁਸੀਂ ਇੱਕ ਚੀਜ਼ ਤਾਂ ਕੈਚ ਕਰ ਲਈ ਹੋਊਗੀ ਵੀ ਚਾਰਟਰ ਐਕਟ ਜੋ ਰਿਨਿਊ ਹੋਇਆ ਕਰੂਗਾ ਉਹ 20 ਸਾਲਾਂ ਬਾਅਦ ਹੋਇਆ ਕਰੂਗਾ। ਜਿਵੇਂ ਆ 1793 ਹੈ, ਫਿਰ 1813 ਹੈ, ਫਿਰ 1833, ਫਿਰ 1853 ਆगे देखेंगे। ਆਪਾਂ ਅੱਜ ਦੀ ਕਲਾਸ 'ਚ ਆਪਾਂ ਇਹੀ ਦੇਖਣਾ ਹੈ। ਜਿਵੇਂ ਲਾਸਟ ਕਲਾਸ 'ਚ ਆਪਾਂ ਪਹਿਲਾ ਮਤਲਬ ਸਿਸਟਮ ਦੇਖ ਲਿਆ, ਅੱਜ ਸਮਝ ਲਓ ਦੂਜਾ ਫੇਸ ਦੇਖਾਂਗੇ, ਤੇ ਕੱਲ ਨੂੰ ਆਪਾਂ ਤੀਜਾ ਫੇਸ ਦੇਖਾਂਗੇ। ਤੀਜਾ ਫੇਸ ਬੜਾ ਧਾਕੜ ਹੋਊਗਾ, ਇਹਦਾ ਨਾਲ ਕਿਤੇ ਧਾਕੜ ਹੈ, ਕਿਉਂਕਿ ਹੁਣ ਐਂ ਤਾਂ ਹੈ ਨਹੀਂ ਵੀ ਜਿਵੇਂ ਗੋਰਾ ਪਾਰਟੀ ਚਾਹੂਗੀ ਵੀ ਦੁਨੀਆ ਉਵੇਂ ਚੱਲੀ ਚੱਲੂਗੀ। ਰੱਬ ਤਾਂ ਹੈਗਾ, ਰੱਬ ਤਾਂ ਦੇਖਦਾ। ਆਪਾਂ ਅਕਸਰ ਹੀ ਕਹਿਣੀ ਆਪਣੇ ਘਰਾਂ 'ਚ, ਆਪਣੀ ਬੇਬੇ ਕਹਿੰਦੀ, ਆਪਣਾ ਬਾਪੂ ਕਹਿੰਦਾ ਹੈ ਵੀ ਰੱਬ ਸਾਰੇ ਹਿਸਾਬ ਕਿਤਾਬ ਪੁੱਤਰਾ ਇੱਥੇ ਪੂਰੇ ਕਰਦਾ। ਜਿਹੜੀ ਗੋਰਾ ਪਾਰਟੀ ਬੜੀ ਤੱਤੀ ਹੋਈ ਫਿਰਦੀ ਹੈ ਨਾ, ਠਾੜਤਾ ਪਤੰਦਰ ਨੇ। ਕੌਣ ਆ ਗਿਆ? ਨਪੋਲੀਅਨ ਆ ਗਿਆ ਬੱਚੋ। ਯੂਰਪ ਦੇ ਵਿੱਚ ਕੌਣ ਆ ਗਿਆ? ਨਪੋਲੀਅਨ। ਮਤਲਬ ਨਪੋਲੀਅਨ ਦਾ ਰਾਈਸ ਹੋ ਗਿਆ, ਤੇ ਮੈਂ ਕਹਿੰਦਾ ਸਾਰੇ ਯੂਰਪ ਦੇ ਕਬਜ਼ਾ ਪਤੰਦਰ ਕੱਲੀ ਕਰੀ ਬੈਠਾ ਹੈ। ਹੁਣ ਪੜਾਕੇ ਪੈਣਗੇ ਉੱਥੇ ਯੂਕੇ ਵਾਲਿਆਂ ਦੇ
ਜਿਹੜੀ ਕੰਪਨੀ ਨੂੰ ਵੀ ਤੁਹਾਨੂੰ ਮੋਨੋਪੋਲੀ ਦਿੱਤੀ ਹੈ ਤੁਸੀਂ ਇਕੱਲੇ ਵਪਾਰ ਕਰੋ। ਹੁਣ ਸਾਰਾ ਯੂਕੇ ਕਹੂ, ਸਾਰਾ ਇੰਗਲੈਂਡ ਕਹੂ ਵੀ ਸਾਨੂੰ ਤਾਂ ਭਾਈ ਆਪ ਸਾਡੇ ਵਾਸਤੇ ਦਰਵਾਜ਼ੇ ਖੋਲੋ, ਅਸੀਂ ਤਾਂ ਆਪ ਏਸ਼ੀਆ 'ਚ ਜਾਣਾ ਹੈ। ਕਿਉਂ? ਸਾਡਾ ਇੱਥੇ ਤਾਂ ਬੜਾ ਭੂ ਹੋਇਆ ਪਿਆ, ਕਿਉਂਕਿ ਨਪੋਲੀਅਨ ਨੇ ਬੈਨ ਲਵਾਤਾ। ਨਪੋਲੀਅਨ ਨੇ ਬੈਨ ਲਵਾਤਾ, ਸਾਰੇ ਯੂਰਪ ਦੇ ਮੁਲਕਾਂ ਨੂੰ ਕਹਿਤਾ ਵੀ ਜੇ ਕਿਸੇ ਮੁਲਕ ਨੇ ਯੂਕੇ ਦਾ ਸਮਾਨ ਆਪਦੇ ਮੁਲਕ 'ਚ ਇੰਪੋਰਟ ਕੀਤਾ, ਕਹਿੰਦਾ ਹਿਸਾਬ ਲਾ ਲਿਓ ਸਣੇ ਸਮਾਨ ਚੱਕ ਕੇ ਪਾਣੀ 'ਚ ਠੋਕੂਗਾ। ਇਹ ਬੰਦੇ ਨੇ ਕਾਨੂੰਨ ਬਣਾਤੇ 1806 ਦੇ ਵਿੱਚ, ਬਰਲਿਨ ਡਿਕਰੀ ਆਫ 1806, ਮਿਲਾਨ ਡਿਕਰੀ ਆਫ 1807। ਡਿਕਰੀ ਡੁਕਰੀ ਚੱਕਰ ਤੇ ਤੁਸੀਂ ਪਿਓ, ਤੁਸੀਂ ਕੀ ਦੇਖਣਾ ਹੈ ਵੀ ਨਪੋਲੀਅਨ ਨੇ ਬੈਨ ਲਵਾਤਾ ਇੱਕ ਹਿਸਾਬ ਨਾਲ। ਸੋ ਇਹ ਐਕਟ ਅਸਲ ਦੇ ਵਿੱਚ ਤਾਂ ਖਰੀ ਇਹਨਾਂ ਨਾਲ ਐਂ ਹੋ ਗਈ, ਹਲੇ ਇਹਦੇ 20 ਸਾਲ ਪੂਰੇ ਹੋਏ ਵੀ ਨਹੀਂ ਸੀ, ਉਹਨੇ ਤਾਂ 1800 'ਚ ਪੜਾਕੇ ਪਾਤੇ ਨਪੋਲੀਅਨ 1800 ਦੇ ਵਿੱਚ ਹੀ, ਤੇ ਉੱਥੋਂ ਦੇ ਸਾਰੇ ਹੋਰ ਵਪਾਰੀਆਂ ਦਾ ਦਿਵਾਲਾ ਨਿਕਲ ਗਿਆ। ਹੁਣ ਦਿਵਾਲਾ ਨਿਕਲ ਗਿਆ, ਹੁਣ ਉਹ ਕਹਿੰਦੇ ਬਈ ਤੁਸੀਂ ਕੰਪਨੀ ਨੂੰ ਇਕੱਲੀ ਨੂੰ ਕਿਵੇਂ ਮੋਨੋਪੋਲੀ ਦਿੱਤੀ ਹੈ, ਅਸੀਂ ਵੀ ਤੁਹਾਡੇ ਮੁਲਕ ਦੇ ਲੋਕ ਹਾਂ, ਸਾਨੂੰ ਤਾਂ ਆਪ ਪਰਮਿਸ਼ਨ ਦਿਓ, ਅਸੀਂ ਤਾਂ ਆਪ ਉੱਥੇ ਵਪਾਰ ਕਰਨ ਜਾਣਾ। ਲਓ ਫਿਰ ਚਾਰਟਰ ਐਕਟ 1813 ਆ ਰਿਹਾ ਬੱਚੋ, ਇਹ ਪਾਸ ਕੀਤਾ ਸੀ ਬ੍ਰਿਟਿਸ਼ ਪਾਰਲੀਮੈਂਟ ਨੇ ਟੂ ਰੀਨਿਊ ਦਾ ਚਾਰਟਰ, ਜੋ ਪਿਛਲਾ ਲਾਇਸੈਂਸ ਹੈ, ਕੰਟਰੈਕਟ ਹੈ, ਸਰਟੀਫਿਕੇਟ ਹੈ, ਉਹਨੂੰ ਰੀਨਿਊ ਕਰਨ ਵਾਸਤੇ। ਬਟ ਆ ਪੜੋ ਲੈਣ, ਇੱਥੇ ਸਵਾਦ ਆ ਗਿਆ। ਬਟ ਕਹਿੰਦੇ however the rise of Napoleon Bonaparte had brought hard days to the businessmen of England। ਕਹਿੰਦੇ ਨਪੋਲੀਅਨ ਦੇ ਉੱਭਰਨ ਨਾਲ ਇੰਗਲੈਂਡ ਦੇ ਵਪਾਰੀਆਂ ਦੇ ਬਹੁਤ ਮਾੜੇ ਦਿਨ ਆ ਗਏ, ਬਹੁਤ ਸਖਤ ਤੇ ਹਾਰਡ ਡੇਜ਼ ਆ ਗਏ। ਤੇ ਇਹਦੇ ਕਰਕੇ ਫਿਰ ਕੀ ਹੋ ਗਿਆ ਬੱਚੋ, ਜਿਹੜੇ ਬ੍ਰਿਟਿਸ਼ਰ ਟ੍ਰੇਡਰ ਹੈ, ਜਿਹੜੇ ਉਹਨਾਂ ਦੇ ਵਪਾਰੀ ਹੈ ਯੂਕੇ ਦੇ, ਉਹ ਡਿਮਾਂਡ ਕਰਨ ਲੱਗੇ ਐਂਟਰੀ ਟੂ ਦ ਪੋਰਟਸ ਆਫ ਏਸ਼ੀਆ ਐਂਡ ਡਿਸੋਲਵ। ਆ ਦੇਖੋ ਵਰਡ ਵੀ ਤੁਸੀਂ ਕੱਲੀ ਈਸਟ ਇੰਡੀਆ ਕੰਪਨੀ ਨੂੰ ਆਖੀ ਜਾਂਦੇ ਹੋ ਵੀ ਆਪ ਬਣਾ ਕੇ ਕੰਪਨੀ ਭੇਜਤੀ ਤੁਸੀਂ ਮੌਜ ਨਾਲ, ਤੇ ਹੁਣ ਤੁਸੀਂ ਕਹਿੰਦੇ ਕੱਲੇ ਉਹੀ ਵਪਾਰ ਕਰਨਗੇ। ਕਾਹਦੀ ਸਰਕਾਰ ਹੈ ਵੀ ਬਾਕੀ ਮੁਲਕ ਸਕਦੀ ਮਰੀ ਚੱਲੇ। ਉਹ ਬਾਕੀ ਵਪਾਰੀ ਕਹਿੰਦੇ ਸਾਨੂੰ ਵੀ ਪਰਮਿਸ਼ਨ ਦਿੱਤੀ ਜਾਵੇ ਤੇ ਈਸਟ ਇੰਡੀਆ ਕੰਪਨੀ ਦੀ ਮੋਨੋਪੋਲੀ ਤੋੜੀ ਜਾਵੇ। ਲੋ ਬੜੀ ਵੱਡੀ ਚੁਣੌਤੀ ਸਾਹਮਣੇ ਆ ਗਈ। ਫਿਰ ਹੁਣ ਦੇਖੋ ਕੀ ਕਰਨਗੇ, ਕਿਉਂਕਿ ਇਸ ਐਕਟ ਦਾ ਸਭ ਤੋਂ ਖਾਸ ਪੁਆਇੰਟ ਆ ਰਿਹਾ ਬੱਚੋ। ਫਿਰ ਇਸ ਐਕਟ ਨੇ ਆ ਦੇਖੋ ਕੀ ਲਿਖਿਆ ਹੈ, ended the monopoly of East India Company in India। ਫਿਰ ਫਾਈਨਲੀ ਈਸਟ ਇੰਡੀਆ ਕੰਪਨੀ ਦੀ ਮੋਨੋਪੋਲੀ ਤੋੜ ਦਿੱਤੀ ਗਈ। ਮੋਨੋਪੋਲੀ ਮਤਲਬ ਹੁੰਦਾ ਵੀ ਕੱਲਾ ਮੈਂ ਹੀ ਕਰ ਸਕਦਾ ਉੱਥੇ ਈਸਟ ਇੰਡੀਆ ਕੰਪਨੀ, ਹੁਣ ਨਹੀਂ। ਬਟ ਫਿਰ ਵੀ ਕੰਪਨੀ ਵਾਲਾ ਸੋਚਾ ਵੀ ਯਾਰ ਜਮਾ ਕੰਪਲੀਟਲੀ ਡਿਸੋਲਵ ਨਾ ਕਰੋ। ਮੈਂ ਤੁਹਾਨੂੰ ਨਾ ਪੇਪਰ ਦੇ 3 ਸਵਾਲ ਬਣਾਉਂਗਾ, ਅੱਜ ਹੀ ਦੱਸ ਕੇ ਜਾਊਂਗਾ। ਉਹ ਕਹਿੰਦੇ ਕੰਪਲੀਟਲੀ ਡਿਸੋਲਵ ਨਾ ਕਰੋ, ਵੀ ਜਿਹੜਾ ਕੰਪਨੀ ਦਾ ਵਪਾਰ, ਕਹਿੰਦੇ ਜਿਹੜਾ ਕੰਪਨੀ ਦਾ ਵਪਾਰ ਆਪਣਾ ਚਾਈਨਾ ਦੇ ਨਾਲ ਹੈ, ਤੇ ਜਿਹੜਾ ਕਹਿੰਦੇ ਕੰਪਨੀ ਵਪਾਰ ਕਰਦੀ ਹੈ ਚਾਹ ਦਾ, ਕਹਿੰਦੇ ਇਹਦੇ ਵਿੱਚ ਹਜੇ ਵੀ ਮੋਨੋਪੋਲੀ ਕਿਹਦੇ ਕੋਲ ਰਹੂਗੀ ਬੱਚੋ, ਈਸਟ ਇੰਡੀਆ ਕੰਪਨੀ ਕੋਲੇ ਰਹੂਗੀ। ਬਾਕੀ ਸਾਰਾ ਮੁਲਕ ਖੋਲ ਦੋ, ਸਾਰੇ ਕੋਈ ਚੱਕਰ ਵਾਲੀ ਗੱਲ ਨਹੀਂ, ਜਿਹਨੇ ਕਿਹੋ ਜਿਹਾ ਵਪਾਰ ਕਰਨਾ ਆਪਦਾ ਕਰੀ ਚੱਲੋ। ਸੋ ਸਮਝ ਗਏ, 1793 ਦੇ ਚਾਰਟਰ ਐਕਟ ਵਿੱਚ ਤਾਂ ਕੰਪਲੀਟ ਮੋਨੋਪੋਲੀ ਦੇਤੀ, 1813 ਦੇ ਐਕਟ 'ਚ ਮੋਨੋਪੋਲੀ ਤੋੜਤੀ। ਬਟ ਆ ਦੇਖੋ however ਕੰਪਨੀਜ਼ ਮੋਨੋਪੋਲੀ ਇਨ ਟ੍ਰੇਡ ਵਿਦ ਚਾਈਨਾ, ਵੀ ਜਿਹੜੀ ਕੰਪਨੀ ਵਪਾਰ ਕਰਦੀ ਹੈ ਚਾਈਨਾ ਦੇ ਨਾਲ ਐਂਡ ਵਪਾਰ ਕਰਦੀ ਹੈ ਆਪਣੇ ਮੁਲਕ ਦੇ ਚਾਹ ਦਾ, ਉਹ ਉਹਨਾਂ ਕੋਲ ਹੀ ਰਹੂਗੀ ਕੈਪਟ ਇਨਟੈਕਟ, ਵੀ ਭਾਈ ਇੰਟੈਕਟ ਰਹੂਗੀ, ਵੀ ਇਹ ਮੋਨੋਪੋਲੀ ਇਹਨਾਂ ਦੇ ਕੋਲ ਹੀ ਰਹੇਗੀ। ਚਾਹੋ ਬਣ ਗਈ ਫਿਰ ਗੱਲ, ਕਿਉਂਕਿ ਚਾਹ ਤੁਹਾਨੂੰ ਪਤਾ ਹੀ ਹੈ, ਚਾਹ ਬਿਨਾਂ ਤਾਂ ਭੂਮੀ ਨਹੀਂ ਸਾਰਦੇ, ਚਾਹ ਦਾ ਵਪਾਰ ਤਾਂ ਅੱਜ ਹੀ ਬਹੁਤ ਵੱਡਾ ਹੈ। ਸੁਖਣਾ ਪੰਜਾਬੀਆਂ ਨੂੰ ਕਹੋ, ਮਤਲਬ ਪੰਜਾਬ 'ਚ ਰਹਿੰਦੇ ਆ, ਵੱਡੇ ਵੱਡੇ ਕੌਲਾਸ ਡੌਂਗਾਸ ਬੱਠਰਸ ਬਣਦੇ ਚਾਹਾਂ ਦੇ, ਆ ਰੋੜੀ ਤੁਰੀ ਜਾਂਦੇ ਆ, ਉਹਨੂੰ ਪਤਾ ਚਾਹ ਦਾ ਵਪਾਰ ਮੇਨ ਹੈ ਤੇ ਆਪਣਾ ਚਾਈਨਾ ਦੇ ਨਾਲ ਮੇਨ ਹੈ। ਦੂਜੀ ਗੱਲ ਜਾਣ ਕੇ ਫਿਰ ਇਹ ਵੀ ਦੇਖੋ ਤੁਸੀਂ ਕਿੰਨਾ ਘੈਂਟ ਕੰਮ ਕੀਤਾ। ਉਹ ਕਹਿੰਦੇ ਫਿਰ ਆਹ ਦੇਖੋ ਨਾ ਤੁਸੀਂ, ਕਹਿੰਦੇ ਫਿਰ ਕੰਪਨੀ, ਹੁਣ ਕੰਪਨੀ ਕੀ ਕਰੂਗੀ, ਹੁਣ ਕੰਪਨੀ ਇੰਨੀ ਛਿੱਲ ਪੱਟੀ ਜਾਂਦੀ ਹੈ ਤਾਂ ਕੰਪਨੀ ਬਦਲੇ 'ਚ ਕੀ ਕਰੂਗੀ, 1 ਲੱਖ ਰੁਪਈਆ ਕਹਿੰਦੇ ਸਪੈਂਡ ਕਰੂਗੀ ਆਪਣੇ ਮੁਲਕ ਦੀ ਸਿੱਖਿਆ ਤੇ ਐਜੂਕੇਸ਼ਨ ਆਫ ਦਾ ਇੰਡੀਅਨਸ। ਕਿਉਂਕਿ ਹੁਣ ਕਿਤੇ ਨਾ ਕਿਤੇ ਗੁਰਨ ਇਹ ਵੀ ਲੱਗੀ ਜਾਂਦਾ ਹੈ ਵੀ ਆਪਾਂ ਨੂੰ ਮਾੜੇ ਮੋਟੇ ਲੋਕ ਵੀ ਮਾੜੇ ਮੋਟੇ ਪੜ੍ਹਾ ਲਈਏ ਆਪਾਂ, ਵੀ ਆਪਣੇ ਕੰਮ ਆਉਣਗੇ। ਫਿਰ ਇੱਥੇ ਆਪਾਂ ਸ਼ਾਹੀ ਨੌਕਰ ਲਾਇਆ ਕਰਾਂਗੇ, ਕਿਉਂਕਿ ਕੰਮ ਇੰਨਾ ਢਾਂਚਾ ਵੱਧ ਗਿਆ, ਲੇਬਰ ਦੀ ਲੋੜ ਹੈ, ਉੱਥੇ ਦਫ਼ਤਰਾਂ 'ਚ ਲੋੜ ਹੈ, ਕਲਰਕਾਂ ਦੀ ਲੋੜ ਹੈ, ਵੀ ਜੋ ਵੀ ਆਪਣੇ ਗਰੁੱਪ ਡੀ ਦੀਆਂ ਪੋਸਟ ਹੈ ਵੀ ਉੱਥੇ ਕਹਿੰਦਾ ਆਪਾਂ ਇੰਡੀਅਨਸ ਰੱਖ ਲਿਆ ਕਰੋ ਯਾਰ। ਮੇਨ ਆਬਜੈਕਟਿਵ ਇਹਨਾਂ ਦਾ ਇਹ ਸੀ, ਬਟ ਤਾਂ ਆਪਾਂ ਹਿਸਟਰੀ ਵਿੱਚ ਦੇਖਿਆ ਕਰਾਂਗੇ। ਪਰ ਯਾਦ ਰੱਖਣਾ ਹੈ ਇਹ 1 ਲੱਖ ਰੁਪਈਆ ਸਪੈਂਡ ਕਰਨ ਦਾ ਪੱਕਾ ਪੁੱਛਣਗੇ ਵੀ ਕਿਹੜੇ ਐਕਟ 'ਚ ਪ੍ਰਸਤਾਵ ਰੱਖਿਆ ਗਿਆ। ਆਪਾਂ ਟਿਕ ਲਾਵਾਂਗੇ ਚਾਰਟਰ ਐਕਟ 1813।
ਇਹ ਵੀ ਕਿਹਾ ਜਾਂਦਾ ਹੈ ਇਹ ਲੱਗੇ ਨਹੀਂ ਲਿਖਤ, ਇਹ मतलब ਆਪਣੇ ਲੀਡਰਾਂ ਵਾਲਾ ਕੰਮ ਹੀ ਹੋ ਗਿਆ। ਗੋਰੇ ਵੀ ਆਪਣੇ ਲੀਡਰਾਂ ਵਾਲਾ ਕੰਮ ਕਰ ਗਏ ਕਿਵੇਂ, ਕਿਉਂਕਿ ਇੱਥੇ ਪੈ ਗਿਆ ਰੌਲਾ, ਅੱਧੇ ਕਹਿੰਦੇ ਪੜ੍ਹਾਈ ਕਰਾਵਾਂਗੇ ਅੰਗਰੇਜ਼ੀ ਚ ਤੇ ਅੱਧੇ ਕਹਿੰਦੇ ਨਾ ਭਾਈ ਪੜ੍ਹਾਈ ਕਰਾਵਾਂਗੇ ਕਹਿੰਦੇ ਲੋਕਲ ਭਾਸ਼ਾ ਦੇ ਵਿੱਚ। ਬਸ ਇਹਦੇ ਪਿੱਛੇ ਡਾਂਗੋ ਸੋਟੀ ਹੋਈ ਗਏ, ਬੈਂਕੇ ਦਿਹਾੜੇ ਭਾਈ ਬੁਰੇ ਹਾਲ, ਐਂਡ ਰਿਜ਼ਲਟ ਇਹ ਰੁਪਈਏ ਕਿਤੇ ਲੱਗੇ ਹੀ ਨਹੀਂ। ਆਏ ਹੈ ਆਪਣੇ ਵਾਸਤੇ ਸਵਾਲ ਇਹਨਾਂ ਨੇ ਬਣਾਤਾ। ਦੂਜੀ ਗੱਲ, ਜੇ ਉਸਨੂੰ ਪਤਾ ਲੱਗ ਗਿਆ ਵੀ ਯੂਕੇ 'ਚ ਬਹੁਤ ਹਾਰਡ ਡੇਜ਼ ਹੈ, ਨਪੋਲੀਅਨ ਨੇ ਪਾਬੰਦੀਆਂ ਲਾ ਰੱਖੀਆਂ, ਯੂਕੇ ਦੇ ਲੋਕ ਬਾਹਰ ਅੰਦਰ ਨਿਕਲਣ ਜੋਗੇ ਰਹੇ ਨਹੀਂ, ਨਾ ਗਵਾਂਢੀ ਮੁਲਕਾਂ ਜਾਣ ਲੋਗੇ ਰਹੇ ਹੈ, ਕਿਉਂਕਿ ਨਪੋਲੀਅਨ ਨੇ ਕਹਿ ਰੱਖਿਆ ਵੀ ਜੇ ਸੰਬੰਧ ਬਣਾਓਗੇ ਫਿਰ ਆਪਾਂ ਤਾਂ ਸੰਬੰਧ ਵੜ ਦਾਂਗੇ, ਸਿੱਧੀ ਜੀ ਗੱਲ ਹੈ। ਆ ਦੇਖੋ ਫਿਰ ਇਸ ਐਕਟ ਨਾਲ ਆਪਣੇ ਮੁਲਕ ਦੇ ਵਿੱਚ ਧਰਮ ਦਾ ਵਪਾਰ ਵੀ ਸਟਾਰਟ ਹੋ ਗਿਆ। ਇਸ ਐਕਟ ਨੇ ਬਾਕੀ ਸਾਰਿਆਂ ਨੂੰ ਪਰਮਿਸ਼ਨ ਗ੍ਰਾਂਟ ਕਰਤੀ ਵੀ ਜਿਹੜਾ ਵੀ ਆਪਣੇ ਮੁਲਕ 'ਚ ਹੁਣ ਆਉਣਾ ਚਾਹੁੰਦਾ ਆਵੇ, ਆਪਦੇ ਧਰਮ ਦਾ ਪ੍ਰਚਾਰ ਕਰੇ, ਕੋਈ ਚੱਕਰ ਵਾਲੀ ਗੱਲ ਨਹੀਂ। ਜਿਵੇਂ ਆਪਾਂ ਕਹਿੰਦੇ ਨੇ ਕ੍ਰਿਸਚਨ ਮਿਸ਼ਨਰੀਜ਼, ਮੁੱਕਦੀ ਗੱਲ ਨਿਬੜੋ ਵੀਰੋ। ਮੈਂ ਇਹੀ ਗੱਲ ਕਹਿਣਾ ਚਾਹੁੰਦਾ ਵੀ ਚਾਰਟਰ ਐਕਟ 1813 ਚਾਰਟਰ ਐਕਟ 1813 ਦੇ ਵਿੱਚ ਯੂਕੇ ਵਾਲਿਆਂ ਦਾ, ਗੋਰਿਆਂ ਦਾ ਆਪਣੇ ਮੁਲਕ ਦੇ ਵਿੱਚ ਢੇਰ ਲੱਗਣਾ ਸਟਾਰਟ ਹੋ ਗਿਆ। ਸਾਰੇ ਵਪਾਰੀਆਂ ਨੂੰ ਖੁੱਲੀ ਛੋਟ ਦੇਤੀ, ਸਾਰੇ ਆਪਣੇ ਕ੍ਰਿਸਚਨ ਮਿਸ਼ਨ ਨੂੰ ਖੁੱਲੀ ਛੋਟ ਦੇਤੀ, 1 ਲੱਖ ਰੁਪਈਆ ਇਹ ਸਪੈਂਡ ਕਰਨਗੇ, ਮਨੋਪਲੀ ਤੋੜਤੀ। ਬਟ ਚਾਹ ਤੇ ਚਾਈਨਾ, ਐ ਰੱਖੋ ਚਾਹ ਚਾਈਨਾ, ਕਿਆ ਬਾਤ ਹੀ ਹੈ ਨਾ, ਚਾਹ ਚਾਈਨਾ ਦੀ ਮਨੋਪਲੀ, ਮਤਲਬ ਚਾਹ ਚਾਈਨਾ ਦਾ ਵਪਾਰ ਹਜੇ ਵੀ ਕੌਣ ਕਰੂਗਾ, ਆਪਾਂ ਟਿਕ ਲਾਵਾਂਗੇ, ਕੰਪਨੀ ਕਰੇਗੀ। ਚਲੋ ਵੀ ਫਿਰ ਅਖੀਰਕਾਰ ਆਪਾਂ ਨੂੰ ਬਰਾਬਰ ਇਹ ਵੀ ਦੇਖਣਾ ਚਾਹੀਦਾ ਹੈ ਵੀ ਜਿਵੇਂ ਜਿਵੇਂ ਟਾਈਮ ਟੱਪ ਰਿਹਾ, ਵੈਸੇ ਤਾਂ ਹਲੇ ਆਪਣੀ ਹਿਸਟਰੀ ਨਹੀਂ ਪੜ੍ਹੀ ਹੋਈ, ਬਟ 1818 ਤੱਕ ਯੂਕੇ ਦਾ ਆਪਣੇ ਸਾਰੇ ਮੁਲਕ ਦੇ ਵਿੱਚ ਬੱਚੋ ਲਗਭਗ ਰਾਜ ਐਸਟੈਬਲਿਸ਼ ਹੋ ਗਿਆ ਸੀ, ਸਿਰਫ 2 ਪ੍ਰਾਂਤਾਂ ਨੂੰ ਛੱਡ ਕੇ, ਪੰਜਾਬ ਤੇ ਸਿੰਧ। ਸੋ ਇੱਥੇ ਇੱਕ ਯੂਕੇ ਮਤਲਬ ਕੰਪਨੀ ਆ ਹਜੇ ਉਹ ਇੱਕ ਸੈਂਟਰਲ ਅਥਾਰਟੀ ਐਸਟੈਬਲਿਸ਼ ਕਰ ਗਈ ਆਪਦੀ, ਜਦੋਂ ਤੱਕ ਆ ਐਕਟ ਪਾਸ ਹੋਣਾ। ਹੁਣ ਚੱਕਰ ਆ ਪੈ ਗਿਆ, ਹੁਣ 1833 ਦਾ ਜਿਹੜਾ ਐਕਟ ਹੈ, ਪਹਿਲਾਂ ਪੜ੍ਹ ਲਈਏ ਮਾੜਾ ਜਿਹਾ, ਫਿਰ ਆਪਾਂ ਦੇਖਦੇ ਹਾਂ ਚਾਰਟਰ ਐਕਟ 1833। ਪਹਿਲੀ ਗੱਲ ਤਾਂ ਇਸ ਐਕਟ ਦੇ ਨਾਲ ਮੋਨੋਪੋਲੀ ਆਫ ਕੰਪਨੀ ਵਾਸ ਕੰਪਲੀਟਲੀ ਡਿਸੋਲਵਡ। ਲਓ ਵੀ 3 ਪ੍ਰਕਾਰ ਦੇ ਸਵਾਲ ਧਿਆਨ ਦਿਓ। 1793 ਦੇ ਵਿੱਚ ਇਹਨਾਂ ਨੂੰ ਮੋਨੋਪੋਲੀ ਦੇਤੀ ਵੀ ਸਿਰਫ ਕਾਰੋਬਾਰ ਵਪਾਰ ਤੁਸੀਂ ਹੀ ਕਰਨਾ। 1813 ਦੇ ਐਕਟ ਦੇ ਵਿੱਚ ਕਹਿੰਦੇ ਵੀ ਚਾਹ ਤੇ ਚਾਈਨਾ ਨੂੰ ਛੱਡ ਕੇ ਬਾਕੀ ਕੁਛ ਮਰਜ਼ੀ ਕਰੀ ਚੱਲੋ। 1833 ਚ ਕਹਿੰਦੇ ਸਾਰੀ ਕੰਪਲੀਟਲੀ ਡਿਸੋਲਵ ਕਰਤੀ, ਕਿਹੜਾ ਮਰਜ਼ੀ ਕੋਈ ਮਰਜ਼ੀ ਕੰਮ ਕਰੇ, ਕੰਪਲੀਟਲੀ ਡਿਸੋਲਵਡ। ਕਿਉਂਕਿ ਪਹਿਲੀ ਗੱਲ ਤਾਂ ਇੱਥੇ ਮਾਰਕੀਟਿੰਗ ਦੀ ਹੋਰ ਖੁੱਲ ਗਈ ਨਾ, ਇਦੋਂ ਪਹਿਲਾਂ ਇੱਥੇ ਤਾਂ ਇਹ ਕੁਛ ਏਰੀਏ ਤੱਕ ਹੀ ਮਤਲਬ ਸੀਮਤ ਸੀ, ਹੁਣ ਸਾਰੇ ਦੇਸ਼ 'ਚ ਹੀ ਫੈਲ ਗਏ। ਉਹਨੂੰ ਨਹੀਂ ਪਤਾ ਵੀ ਹੁਣ ਸਾਰੇ ਦੇਸ਼ ਥੋੜੀ ਆਪਾਂ ਇਕੱਲੇ ਵਪਾਰ ਕਰੀ ਚੱਲਾਂਗੇ, ਐਡਾ ਵੱਡਾ ਮੁਲਕ, ਐਡੀ ਵੱਡੀ ਮਾਰਕੀਟ, ਚੱਕ ਦੋ ਫੱਟੇ ਪਾਓ ਗੰਦ। ਮੈਂ ਕਹਿੰਦਾ ਸਾਰੀ ਹੀ ਮੋਨੋਪੋਲੀ ਤੋੜਤੀ। ਆ ਦੇਖੋ, ਐਂਡ ਵਿਦ ਦਿਸ ਬ੍ਰਿਟਿਸ਼ ਵਰ ਅਲਾਉਡ ਟੂ ਸੈਟਲ ਫ੍ਰੀਲੀ ਇਨ ਇੰਡੀਆ, ਕਿਉਂਕਿ ਇੰਡੀਆ ਦੇ ਵਿੱਚ ਕਿਤੇ ਨਾ ਕਿਤੇ ਕੰਪਨੀਆਂ ਇੰਨੀ ਹਾਵੀ ਹੋ ਗਈ, ਉਹਨੂੰ ਲੱਗਣ ਲੱਗ ਗਿਆ ਵੀ ਦੇ ਦਿਓ ਖੁੱਲੀ ਛੋਟ ਯਾਰ, ਚੱਕ ਦੋ ਫੱਟੇ, ਕੋਈ ਪਰਵਾਹ ਨਾ ਕਰਿਓ। ਅੰਨਾ ਪੈਸਾ ਇਸ ਮੁਲਕ ਦੇ ਵਿੱਚ ਜਿਹੜਾ ਕਿ ਆਪਣੇ ਮੁਲਕ ਨੂੰ ਕੰਗਾਲ ਕਰਨ ਜਾ ਰਹੀ ਹੈ। ਲੋਕਾਂ ਦੇ ਹੱਡ ਨਿਕਲ ਆਉਣਗੇ, ਹੱਡ, ਲੋਕਾਂ 'ਚ 25-25 ਕਿਲੋ ਭਾਰ ਰਹਿ ਜਾਊਗਾ। ਐਡਾ ਗੰਦਾ ਰਾਜ ਸ਼ੁਰੂ ਹੋਣ ਜਾ ਰਿਹਾ ਹੈ, ਨਿਚੋੜ ਦੇਣਗੇ ਆਪਣੇ ਮੁਲਕ ਨੂੰ, ਇੰਨਾ ਭੈੜਾ ਨਿਚੋੜਨਗੇ ਵੀ ਚੱਕ ਦੀ ਤਾਰ ਤੇ ਸੁੱਕਣੇ ਪਾ ਦਿਓ। ਐਂ ਲੋਕਾਂ ਦੇ ਪਿੰਜਰ ਬਣਾ ਦੇ ਪਿੰਜਰ ਇਹਨਾਂ ਨੇ। ਇਹ ਕਾਰਨ ਕੰਮ ਕੀ ਹੈ, ਬਸ ਨੂੰ ਬਾਰ-ਬਾਰ ਕੀ ਕਿਹਾ, ਲਾਸਟ ਕਲਾਸ 'ਚ ਪ੍ਰੋਫਿਟ ਕਮਾਉਣਾ ਹੈ, ਪੈਸਾ ਕਮਾਉਣਾ ਹੈ, ਤੇ ਅੱਜ ਦੇਸ਼ 'ਚ ਮਤਲਬ ਕੀ ਹੈ, ਟਰੱਕਾਂ ਟਰੱਕ ਲੱਦੀ ਤੁਰੀ ਜਾਂਦੇ ਹੈ। ਆਹ ਦੇਖੋ ਹੁਣ ਜਦੋਂ ਇਹਨਾਂ ਦਾ ਕੰਪਲੀਟਲੀ ਰਾਜ ਐਸਟੈਬਲਿਸ਼ ਹੋ ਗਿਆ, ਮੈਂ ਤੁਹਾਨੂੰ ਲਾਸਟ ਕਲਾਸ ਕੀ ਦੱਸਿਆ ਸੀਗਾ, ਵਾਰਨ ਹੇਸਟਿੰਗਸ, ਵੀ ਇਹਨਾਂ ਨੇ ਗਵਰਨਰ ਜਨਰਲ ਅਪੁਆਇੰਟ ਕੀਤਾ, ਬਟ ਉਹ ਕਿੱਥੋਂ ਦਾ ਬੱਚੋ, ਉਹ ਸੀਗਾ ਬੰਗਾਲ ਦਾ। ਹੁਣ ਇੱਥੇ ਸਾਰੇ ਦੇਸ਼ ਰਾਜ ਹੋ ਗਿਆ, ਤੇ ਆਹ ਚੋਟੀ ਦਾ ਪੁਆਇੰਟ ਯਾਦ ਰੱਖਿਓ, ਇਸ ਐਕਟ ਨੇ ਗਵਰਨਰ ਜਨਰਲ ਆਫ ਬੰਗਾਲ ਨੂੰ, ਇਸ ਐਕਟ ਨੇ ਬੱਚੋ ਗਵਰਨਰ ਜਨਰਲ ਆਫ ਬੰਗਾਲ ਨੂੰ ਕੀ ਬਣਾਤਾ, ਗਵਰਨਰ ਜਨਰਲ ਆਫ ਇੰਡੀਆ, ਕਿਉਂਕਿ ਆਪਣਾ ਮੁਲਕ ਬ੍ਰਿਟਿਸ਼ ਅੰਡਰ ਹੈ, ਸੋ ਵੀ ਕੈਨ ਸੇ ਬ੍ਰਿਟਿਸ਼ ਇੰਡੀਆ। ਸਮਝ ਗਏ, ਇਹ ਚੀਜ਼ ਵੀ ਆਪਾਂ ਯਾਦ ਰੱਖਣੀ ਹੈ। ਸੋ ਕੁੱਲ ਮਿਲਾ ਕੇ ਇੱਕ ਤਾਂ ਮੋਨੋਪੋਲੀ ਕੰਪਲੀਟਲੀ ਖਤਮ ਕਰਤੀ, ਤੇ ਦੂਜੇ ਪਾਸੇ ਆਪਣੇ ਗਵਰਨਰ ਜਨਰਲ ਆਫ ਬੰਗਾਲ ਨੂੰ ਗਵਰਨਰ ਜਨਰਲ ਆਫ ਇੰਡੀਆ ਬਣਾਤਾ। ਤੇ ਉਹ ਪਹਿਲਾ कौन सी बच्चों, लॉर्ड विलियम बेंटिंक। वो पहला कौन था, लॉर्ड विलियम बेंटिक। उसे पहला कौन सी, वॉरेन हेस्टिंग्स।
बट ये अपने देश का पहला है। सो आप ये भी कह सकते हैं भी ਇਹਦੇ ਨਾਲ ਹੁਣ स्ट्रोंग सेंट्रल अथॉरिटी एस्टैब्लिश कर ली। ਹੁਣ ਤੁਸੀਂ देखो भी सारे देश च राज स्टार्ट हो गया, सारे देश च राज स्टार्ट हो गया कंपनी का। ਅੱਗੇ ਤਾਂ ਕੁਛ ਐ ਮਤਲਬ ਖੂੰਜਾਂ ਤੇ ਬੈਠੇ ਸੀ ਮੁਲਕ 'ਚ, ਸਾਰੇ ਦੇਸ਼ 'ਚ ਰਾਜ ਸਟੈਬਲਿਸ਼ ਕਰ ਲਿਆ। ਹੁਣ ਇਹਦਾ ਮਤਲਬ ਹੁਣ ਇਹ ਆਪਣੇ ਲਾਅ ਨੂੰ ਵੀ ਕੋਡੀਫਾਈ ਕਰਨ ਜਾ ਰਹੇ ਹੈ। ਹੁਣ ਪਾਵਰ ਐਕਵਾਇਰ ਕਰਕੇ ਹੁਣ ਆਪਣੇ ਦੇਸ਼ ਦੇ ਵਿੱਚ ਅਗਲੀ ਲਾਈਨ ਪੜੋ। ਹੁਣ ਆਪਣੇ ਦੇਸ਼ 'ਚ ਕੀ ਕਰਨਗੇ ਬੱਚੋ, ਦਿਸ ਐਕਟ ਇਜ਼ ਕੰਸੀਡਰਡ ਟੂ ਬੀ ਐਨ ਅਟੈਂਪਟ ਟੂ ਕੋਡੀਫਾਈ। ਹੁਣ ਜੋ ਦੇਸ਼ ਕਬਜ਼ਾ ਹੋ ਗਿਆ, ਕਬਜ਼ਾ ਹੋਣ ਤੋਂ ਬਾਅਦ ਫਿਰ ਤੁਹਾਨੂੰ ਪਤਾ ਹੀ ਹੈ ਜਿਹਦਾ ਕਬਜ਼ਾ ਹੁੰਦਾ ਹੈ ਉਹ ਖੱਪ ਤਾਂ ਪਾਊਗਾ। ਉਹ ਖੱਪ ਕੀ ਪਾਊਗਾ, ਹੁਣ ਸਾਰੇ ਇੰਡੀਅਨ ਲਾਜ਼ ਇਹ ਬਣਾਉਣਗੇ, ਕੋਡੀਫਾਈ ਕਰਨਗੇ। ਹੁਣ ਤੁਸੀਂ ਆਪ ਦੇਖੋ ਜਿਹੜਾ ਕੰਮ ਆਪਣੇ ਮੁਲਕ 'ਚ ਰਾਜਾਂ ਦਾ ਹੁੰਦਾ ਸੀ, ਅੱਗੇ ਤਾਂ ਚਲੋ ਆਮ ਲੋਕਾਂ ਦੇ ਵਿਚਾਰਿਆਂ ਦੇ ਪੈਂਦੀਆਂ ਸੀ, ਆਮ ਲੋਕ ਨਿਚੋੜਦੀ ਸੀ ਕੰਪਨੀ। ਹੁਣ ਤਾਂ ਕੰਪਨੀ ਰਾਜਾਂ ਵਾਲੇ ਕੰਮ ਵੀ ਕਰਨ ਲੱਗ ਗਈ। ਹੁਣ ਲੱਗੂ ਰਾਜਾਂ ਦੀ ਅੱਗ ਵੀ ਹੁਣ ਤਾਂ ਅੱਗ ਆਪਣੇ ਘਰ ਤੱਕ ਪਹੁੰਚੀ ਜਾਂਦੀ ਹੈ। ਇਹ ਤਾਂ ਲਾਅ ਬਣਾਈ ਜਾਂਦੇ ਆ, ਕਮਾਲ ਦੀ ਗੱਲ ਹੈ ਕਿ ਨਹੀਂ। ਰਾਜਾ ਕਦ ਸਵਾਹ ਰਾਜਾ ਹੋ ਵੀ ਲਾਅ ਬਾਹਰੋਂ ਆ ਗਏ ਬੰਦੇ ਉਹ ਬਣਾਉਣ ਲੱਗ ਗਏ ਆਪਣੇ ਦੇਸ਼ 'ਚ। ਆ ਦੇਖੋ ਇੰਡੀਆ ਫਸਟ ਲਾਅ ਕਮਿਸ਼ਨ ਬਿਠਾ ਦਿੱਤਾ ਗਿਆ ਬੱਚੋ। ਇਹ ਚਾਰਟਰ ਐਕਟ 1833 ਦਾ, ਇਹ ਚਾਰਟਰ ਐਕਟ 1833 ਸਭ ਤੋਂ ਗੁੱਡ ਪੁਆਇੰਟ ਹੈ। ਇੰਡੀਆ ਦਾ ਪਹਿਲਾ ਲਾਅ ਕਮਿਸ਼ਨ ਵਾਸ ਸੈਟ ਅਪ ਅੰਡਰ ਦਿਸ ਐਕਟ ਤੇ ਲਾਰਡ ਮਕੌਲੇ ਬੱਚੋ ਇਹਦਾ ਪਹਿਲਾ ਚੇਅਰਮੈਨ ਸੀ। ਅਗੇਨ ਸਟਾਰ ਪੁਆਇੰਟ ਹੈ, ਯਾਦ ਰੱਖਿਓ। ਲਾਰਡ ਮਕੌਲੇ, ਵਿਲੀਅਮ ਬੈਂਟਿਕ, ਵਾਰਨ ਹੇਸਟਿੰਗਸ, ਇਹ ਸਾਰੇ ਹੀ ਬੰਦੇ ਆਪਾਂ ਯਾਦ ਰੱਖਣੇ ਹੈ, ਸਮਝ ਗਏ। ਹੁਣ ਇੱਥੇ ਕੰਮਕਾਰ ਪੂਰਾ ਇਹਨਾਂ ਦਾ ਕੀ ਆ, ਵੱਧ ਗਿਆ। ਇੱਥੇ ਕੰਮਕਾਰ ਪੂਰਾ ਹੁਣ ਇਹਨਾਂ ਦਾ ਵੱਧ ਗਿਆ ਤੇ ਕਲੀਅਰ ਹੋ ਗਿਆ ਵੀ ਆਪਣਾ ਹੁਣ ਮੁਲਕ ਕਿਹਦੇ ਅੰਡਰ ਆ ਗਿਆ ਬੱਚੋ। ਆਪਣਾ ਹੁਣ ਮੁਲਕ ਕੰਪਲੀਟਲੀ ਆਪਾਂ ਕਹਿ ਸਕਦੇ ਹਾਂ ਵੀ ਬ੍ਰਿਟਿਸ਼ ਕੰਟਰੋਲ ਦੇ ਅੰਦਰ ਆ ਗਿਆ। ਇਹ ਕਲੀਅਰ ਹੈ ਚਾਰਟਰ ਐਕਟ 1833 ਤੋਂ। ਸਭ ਤੋਂ ਵੱਡੀ ਗੱਲ ਕੀ ਹੈ, ਗਵਰਨਰ ਜਨਰਲ ਆਫ ਬੰਗਾਲ ਕੀ ਬਣ ਗਿਆ ਬੱਚੋ, ਗਵਰਨਰ ਜਨਰਲ ਆਫ ਇੰਡੀਆ। ਚਲਿਏ ਫਿਰ ਹੁੰਦਾ ਬੱਚੋ ਚਾਰਟਰ ਐਕਟ 1853। ਅਸਲ ਦੇ ਵਿੱਚ ਇਸ ਐਕਟ ਤੱਕ ਆਪਾਂ ਕੀ ਕਹਿ ਸਕਦੇ ਹਾਂ ਵੀ ਜੋ ਕੰਪਨੀ ਰੂਲ ਹੈ ਉਹ ਪੂਰਾ ਪੀਕ ਤੇ ਹੈ, ਪੂਰਾ ਪੀਕ ਤੇ। ਇੱਕ ਤਾਂ ਰਾਜੇ ਤਪਾਏ ਪਏ ਹੈ, ਲੋਕ ਤਪਾਏ ਪਏ ਹੈ ਵੀ ਇੰਨਾ ਪੀਕ ਤੇ ਹੈ ਵੀ ਆਮ ਲੋਕ ਤਾਂ ਦੇਖ ਹੀ ਨਹੀਂ ਸਕਦੇ ਵੀ ਕਿੰਨਾ ਕੁ ਪੈਸਾ ਵੱਢ ਲਿਆ ਸੜਕਾਂ ਤੇ ਲਿਆਉਂਦੇ, ਸੜਕਾਂ ਤੇ ਨਿੱਕੇ ਮੋਟੇ ਤਾਂ ਰਾਜੇ ਵੀ ਕੁਚਲਣ ਲੱਗ ਗਏ। ਹੁਣ ਤੁਸੀਂ ਆਪ ਹਿਸਾਬ ਲਾਓ ਵੀ ਗਾਹਾਂ ਹੁਣ ਅਕਸਰ ਆਪਣਾ ਵੀ ਸਬਰ ਹੈ ਯਾਰ, ਲੋਕਾਂ ਦਾ ਵੀ ਸਬਰ ਹੈ, ਲੋਕਾਂ ਦਾ ਸਬਰ ਵਿਚਾਰਨ ਦਾ ਅੱਜ ਵੀ ਹੈ। ਸਬਰ ਤਾਂ ਟੁੱਟ ਗਿਆ ਰਾਜਿਆਂ ਦਾ ਵੀ ਇਹ ਕਰੀਏ ਚਾਂਬੜੀ ਤੁਰੀ ਜਾਂਦੇ ਹੈ। ਹੁਣ ਤੁਸੀਂ ਆਪ ਹਿਸਾਬ ਲਾਓ ਜਦੋਂ ਇਹ ਐਕਟ ਪਾਸ ਹੋਏ ਹੈ ਇੱਥੇ ਨਾਰਾਜ਼ਗੀ ਕੰਪਨੀ ਨੂੰ ਸ਼ੋਅ ਹੋਣ ਲੱਗ ਗਈ ਵੀ ਲੈ ਵੀ ਜਿਹੜੀ ਮੁਲਕ ਬੜਾ ਦੁਖੀ ਹੋਇਆ ਬੈਠਾ ਹੈ ਤੇ ਖੁੱਲਣਗੇ ਆਪਾਂ ਨੂੰ। ਹੁਣ ਗੋਰਿਆਂ ਨੂੰ ਦਿਸੀ ਜਾਂਦਾ ਹੈ ਵੀ ਆਪਣਾ ਖਲਾਰਾ ਪਾਉਣਗੇ, ਪਿੰਡਾਂ ਪੁੰਡਾਂ ਸ਼ਹਿਰ ਵੜਨ ਨਹੀਂ ਦੇਣਾ, ਇਹ ਲੈ ਕੇ ਟੰਬੇ ਮਗਰ ਪੈਣਗੇ, ਅੱਕੇ ਫਿਰਦੇ ਹੈ ਬਸ। ਫਿਰ ਕਿਉਂਕਿ ਇਸ ਨੂੰ ਪਤਾ ਕੀ ਹੈ, ਆਪਾਂ ਨੂੰ ਤਾਂ ਬਿਨਾਂ ਪੜ੍ਹੇ ਪਤਾ ਹੋਣਾ ਚਾਹੀਦਾ ਹੈ ਵੀ ਆਪਣੀ ਗੋਰਿਆਂ ਦੇ ਖਿਲਾਫ ਪਹਿਲੀ ਜੰਗ ਕਦੋਂ ਹੋਈ ਹੈ, ਜਿਹਨੂੰ ਆਪਾਂ ਬਚਪਨ ਦੇ ਪੜ੍ਹਦੇ ਆਉਂਦੇ ਹਾਂ, ਰਿਵੋਲਟ ਆਫ 1857। ਇਹ ਆਪਣੇ ਵਿਦਰੋਹ, ਰਿਵੋਲਟ ਦਾ ਮਤਲਬ ਬੱਚੋ ਕੀ ਹੁੰਦਾ ਹੈ, ਵਿਦਰੋਹ ਹੋਊਗਾ ਗੋਰਿਆਂ ਦੇ ਖਿਲਾਫ 1857 ਦੇ ਵਿੱਚ। ਬਟ ਗੋਰਿਆਂ ਨੂੰ ਚੰਗੀ ਤਰ੍ਹਾਂ ਪਤਾ ਹੈ ਵੀ ਇਹ ਨਾਰਾਜ਼ਗੀ ਦਾ, ਪਰ ਉਹ ਨਾਰਾਜ਼ਗੀ ਨੂੰ ਕਿਤੇ ਨਾ ਕਿਤੇ ਕੰਟਰੋਲ ਕਰਨ ਦੀ ਕੋਸ਼ਿਸ਼ ਕਰਨਗੇ, ਕਿਤੇ ਨਾ ਕਿਤੇ ਕੰਪਨੀ ਨੂੰ ਥੋੜਾ ਜਿਹਾ ਬੈਕਫੁੱਟ ਤੇ ਕਰਨ ਦੀ ਕੋਸ਼ਿਸ਼ ਕਰਨਗੇ। ਕਿਉਂਕਿ ਯੂਕੇ ਵਾਲਿਆਂ ਨੂੰ ਦੱਸੀ ਜਾਂਦਾ ਹੈ ਵੀ ਜਨਤਾ ਕੰਪਨੀ ਤੋਂ ਖਫਾ ਹੋ ਗਈ, ਵੀ ਕੰਪਨੀ ਨੇ ਮੁਲਕ ਨੂੰ ਤਬਾਹ ਕੀਤਾ, ਕੰਗਾਲ ਕੀਤਾ। ਇਹ ਲੋਕਾਂ ਨੂੰ ਕਲੀਅਰ ਹੈ। ਆ ਦੇਖੋ ਫਿਰ ਇਹਨੇ ਕੀ ਕੀਤਾ। ਪਹਿਲੀ ਗੱਲ ਦਾ ਯਾਦ ਰੱਖਿਓ ਵੀ ਇਹ ਲਾਸਟ ਚਾਰਟਰ ਐਕਟ ਹੈ 1793, 1813, 1833 ਤੇ 1853। ਦੂਜੀ ਗੱਲ ਮੈਂ ਤੁਹਾਨੂੰ ਕੀ ਪੜਾਇਆ ਸੀ ਕਿ ਕੰਪਨੀ ਨੂੰ ਕੌਣ ਚਲਾਉਂਦਾ ਹੈ, ਡਾਇਰੈਕਟਰ। ਯਾਦ ਹੈ ਨਾ, ਕੋਰਟ ਆਫ ਡਾਇਰੈਕਟਰ ਯਾਦ ਰੱਖਣੀ ਹੈ। ਕਿੰਨੇ ਮੈਂਬਰ ਸੀ, 24। ਤਾਂ ਇਸ ਐਕਟ ਨੇ ਰਿਡਿਊਸ ਕਰਤੇ ਨੰਬਰ ਆਫ ਡਾਇਰੈਕਟਰਸ ਆਫ ਦ ਕੰਪਨੀ ਫਰੋਮ 24 ਤੋਂ 18। ਇਹ ਚੀਜ਼ ਆਪਾਂ ਹੀ ਯਾਦ ਰੱਖਣੀ ਹੈ। ਸਭ ਤੋਂ ਵੱਡੀ ਗੱਲ ਆ ਦੇਖੋ ਸਟਾਰ ਪੁਆਇੰਟ ਪਾ ਕੇ ਇੱਥੋਂ ਪਤਾ ਲੱਗ ਗਿਆ ਵੀ ਹੁਣ ਯੂਕੇ ਵਾਲਿਆਂ ਤੋਂ ਢਾਂਚਾ ਲੋਟ ਨਹੀਂ ਆ ਰਿਹਾ, ਲੋਕ ਸੜਕਾਂ ਤੇ ਆ ਰਹੇ ਹੈ, ਰਾਜੇ ਵਿਦਰੋਹ ਕਰਨ ਨੂੰ ਤਿਆਰ ਬੈਠੇ ਹੈ, ਰਾਜ ਹੜੱਪੀ ਤੁਰੀ ਜਾਂਦੀ ਹੈ, ਰਾਜ ਐਡਮਿਨਿਸਟ੍ਰੇਸ਼ਨ ਸਿਸਟਮ ਹਿੱਲ ਗਿਆ। ਹੁਣ ਯਾਦ ਕਰੋ ਪੋਲਿਟੀ ਦੀ ਜਮਾਂ ਪਹਿਲੀ ਕਲਾਸ, ਲੋਕਾਂ ਨੂੰ ਚਲਾਉਣ ਵਾਸਤੇ 3 ਅੰਗ ਹੁੰਦੇ ਹੈ, ਯਾਦ ਹੈ ਨਾ। ਉਹ 3 ਅੰਗ ਕਿਹੜੇ ਹੁੰਦੇ ਹੈ, ਲੈਜਿਸਲੇਚਰ ਹੈ, ਐਗਜ਼ੀਕਿਊਟਿਵ ਹੈ ਤੇ ਜੁਡੀਸ਼ਰੀ ਹੈ। ਲਾਅ ਬਣਾਉਣ ਵਾਲੀ ਬਾਡੀ ਹੁੰਦੀ ਹੈ, ਲਾਅ ਇੰਪਲੀਮੈਂਟ ਕਰਨ ਵਾਲੀ ਬਾਡੀ ਹੁੰਦੀ ਹੈ ਤੇ ਇੱਕ ਬਾਡੀ ਲੜਾਈ ਝਗੜੇ ਦਾ ਹੱਲ ਕੱਢਣ ਵਾਸਤੇ ਹੁੰਦੀ ਹੈ।
पर हुण तक तां ये ऑर्गनस है ही नहीं सी अपने देश च, डिफाइन ही नहीं कीते। वो सारा कुछ गवर्नर जनरल आप कौंसल सारा कुछ आप ही करी गए, आप ही बना आंदे सी, आप ही थोप दिंदे सी, आप ही सिर बढ़ा दिंदे सी, तो आप ही करी गए। ते इस एक्ट ने ताही तो यह टॉपिक पॉलिटी दा है, क्योंकि इस एक्ट ने पहली बार काम सैपरेट करता लैजिस्लेटिव ते एग्जीक्यूटिव फंक्शंस ऑफ गवर्नर जनरल काउंसिल। भी गवर्नर जनरल दी काउंसिल दे विच पावरां दी वंड कह लो, भी आ बंदे लॉ बनाउण वाले होणगे, आ एग्जीक्यूट करन वाले होणगे। ये सब तो स्टार पॉइंट है, अगेन याद रखना बच्चों आपां चार्टर एक्ट 1853 दा ये आप अगे पढ़ांगे भी अपने इंडियंस एग्जीक्यूटिव काउंसिल दे विच पहली बार कदों शामिल कीते जाणगे। अपने इंडियंस मुसलमान जी बोला करूँगा ना, अद्धे बच्चों को आई नहीं पता हुंदा, बस इन्हें पढ़ी जाते हैं भी गवर्नर जनरल काउंसिल दे विच अपना इंडियन शामिल कर लिया। वो आ भी याद रखो भी एग्जीक्यूटिव काउंसिल च कर लिया कि लैजिस्लेटिव काउंसिल च कर लिया, क्योंकि फर्क हुंदा ना ऑर्गन है। हुण ये ऑर्गन उहनूं पता होणगे जिन्होंने पॉलिटी चंगी तरह पहला पिछे समझ आई हुई है। सो ही जी चलिए फिर आगे चलते हैं। हुण इन्होंने की कीता है, ਕੰਮ ਦਾ ਤਾਂ ਇੱਥੋਂ ਪਤਾ ਲੱਗਿਆ ਹੈ ਵੀ ਢਾਂਚਾ ਹਿੱਲ ਗਿਆ। ਜਿਹੜੀ ਗਵਰਨਰ ਜਨਰਲ ਕਾਉਂਸਲ ਦੇ 4 ਮੈਂਬਰ ਹੁੰਦੇ ਸੀ, ਕਿੰਨੇ ਹੁੰਦੇ ਸੀ 4, ਇਹਨਾਂ ਨੇ ਸਿੱਧਾ 12 ਕਰਤੇ ਬੱਚੋ, 12 ਫॉर ਲੈਜਿਸਲੇਟਿਵ ਪਰਪਸ, ਵੀ ਕਾਨੂੰਨ ਬਣਾਉਣ ਵਾਸਤੇ ਇਹਨਾਂ ਨੇ ਗਵਰਨਰ ਜਨਰਲ ਦੀ ਕਾਉਂਸਲ ਦੇ 12 ਮੈਂਬਰ ਕਰਤੇ, ਕਿਉਂਕਿ ਸਿਸਟਮ ਲੋਟ ਨਹੀਂ ਆ ਰਿਹਾ, ਆਊਟ ਆਫ ਕੰਟਰੋਲ ਹੋ ਗਿਆ। ਜਿਵੇਂ ਤੁਹਾਡੇ ਆਊਟ ਆਫ ਕੰਟਰੋਲ ਹੋਇਆ ਪਿਆ ਵੀ ਮੈਂ ਹੁਣ ਕੀ ਪੜਾਂ ਕੀ ਛੱਡਾਂ, ਕੀ ਪੜਾਂ ਕੀ ਛੱਡਾਂ, ਸਮਝੇ ਮੇਰੀ ਗੱਲ। ਉਹ ਚੀਜ਼ ਗੋਰਿਆਂ ਦੀ ਹੋ ਗਈ। ਦੂਜੀ ਗੱਲ ਆ ਦੇਖੋ, ਕੰਮ ਤਾਂ ਇੰਨਾ ਵਧਿਆ ਪਿਆ, ਇਹਨਾਂ ਨੂੰ ਦਿਸੀ ਜਾਂਦਾ ਹੈ ਵੀ ਸਾਰੇ ਮੁਲਕ 'ਚ ਕੀ ਹੈ, ਨਾਰਾਜ਼ਗੀ। ਸਾਰੇ ਮੁਲਕ 'ਚ ਕੀ ਹੈ, ਨਾਰਾਜ਼ਗੀ ਹੈ। ਖਾਸ ਕਰਕੇ ਜਿਵੇਂ ਵੱਡੇ ਵੱਡੇ ਪ੍ਰਾਂਤ ਜਿਵੇਂ ਬੰਗਾਲ ਹੈ, ਬੰਗਾਲ ਤੁਹਾਨੂੰ ਪਤਾ ਹੀ ਹੈ ਵੀ ਬੰਗਾਲ ਨੂੰ ਆਪਣੇ ਦੇਸ਼ ਕੀ ਬੋਲਦੇ ਸੀ ਉਹਨਾਂ ਸਮਿਆਂ ਦੇ ਵਿੱਚ। ਇੱਥੇ ਲੋਕ ਬੜੇ ਦਿਮਾਗੀ ਸੀ, ਇੱਥੇ ਲੋਕ ਇੰਨੇ ਦਿਮਾਗੀ ਹੈ, ਸਾਰੇ ਮੁਲਕ ਦਾ ਦਿਮਾਗ ਐਂ ਕਹਿੰਦੇ ਸੀ ਵੀ ਬੰਗਾਲ 'ਚ ਹੀ ਹੈ। ਜਿਵੇਂ ਆਪਣਾ ਗੋਪਾਲ ਕ੍ਰਿਸ਼ਨ ਗੋਖਲੇ ਹੈ, मैं हिस्ट्री कमेंट लिखाऊंगा, गोपाल कृष्ण गोखले ने अपने बंगाल बारे की पता की कहा है, कहना जेड़ी चीज बंगाल अज सोचता है बाकी मुल्क कल नूं सोचता है। कहना वट बंगाल थिंक्स टुडे इंडिया थिंक्स टुमारो। एडा फॉरवर्ड है। तो यूके नूं पता है कि बंगाली पीपल कंट्रोल करना बहुत जरूरी है, भी जे ये भी सारे देश खिलर गए ये तो अपने ऊई पड़ाके पवा देणगे। फिर पहली बार 1853 ਦੇ ਐਕਟ ਦੇ ਵਿੱਚ ਇੱਕ ਨਵੀਂ ਪੋਸਟ ਆ ਰਹੀ ਹੈ, ਜਿਵੇਂ ਅੱਜ ਹੈ, ਅੱਜ ਆਪਣੇ ਇੱਕ ਸੈਂਟਰ 'ਚ ਪੋਸਟਾਂ ਹੋ ਗਈਆਂ, ਰਾਸ਼ਟਰਪਤੀ ਹੈ, ਪ੍ਰਧਾਨ ਮੰਤਰੀ ਹੈ, ਕਾਉਂਸਲ ਆਫ ਮਿਨਿਸਟਰ ਹੈ, ਸਟੇਟਾਂ 'ਚ ਆਪਣੇ ਸੀਐਮ ਹੋ ਗਏ, ਬਟ ਸਟੇਟਾਂ ਦੇ ਵਿੱਚ ਏਜੰਟ ਵੀ ਹੁੰਦੇ ਹੈ, ਗਵਰਨਰ, ਰਾਜਪਾਲ। ਉਹ ਵੀ ਬੱਚੋ 1853 ਦੇ ਐਕਟ ਨਾਲ ਆ ਗਿਆ। ਸੋ ਮੈਂ ਕਹਿੰਦਾ ਓਵਰਆਲ ਅੱਜ ਦੀ ਕਲਾਸ ਦਾ ਹਰ ਇੱਕ ਪੁਆਇੰਟ ਬਹੁਤ ਧਿਆਨ ਨਾਲ ਨੋਟ ਕਰਨਾ ਹੈ। ਦ ਐਕਟ ਪ੍ਰੋਵਾਈਡਡ ਫॉर अपॉइंटमेंट ऑफ सैपरेट गवर्नर फॉर बंगाल, समझ गए। ते अपॉइंट किया भी है, कला कहा नहीं, एक बंदा होर आ गया अप्रैल 1854 ਦੇ ਵਿੱਚ फ्रैडरिक हैलीडे वाज अपॉइंट, जिवें आपां LG कह दिंदे हैं ਲੈਫਟੀਨੈਂਟ गवर्नर, ਜਾਂ ਆਪਾਂ ਐਡਮਿਨਿਸਟ੍ਰੇਟਰ भी कह दिंदे हैं। याद है ना पार्ट 8वां यूनियन टैरेटरी ਜਿਹੜਾ ਕੇਂਦਰ ਸ਼ਾਸਿਤ ਪ੍ਰਦੇਸ਼ ਹੁੰਦਾ ਹੈ। ਸੋ ਇੱਕ ਹਿਸਾਬ ਨਾਲ ਉਹ ਦਰਜਾ ਕਹਿ ਸਕਦੇ ਆਪਾਂ, ਉਹਨਾਂ ਸਮੇਂ ਦੀ ਗੱਲ ਹੈ ਨਾ, 1854 ਦੀ ਗੱਲ ਹੈ। ਸੋ ਆਪਾਂ ਲਾਰਡ ਮਕੌਲੇ ਦੇਖਿਆ ਪਹਿਲਾ ਲਾਅ ਕਮਿਸ਼ਨ ਦਾ ਚੇਅਰਮੈਨ ਹੈ। ਆਪਾਂ ਫਰੈਡਰਿਕ ਹੈਲੀਡੇ ਦੇਖਿਆ, ਇਹ ਪਹਿਲਾ ਗਵਰਨਰ ਹੈ, LG ਹੈ ਬੰਗਾਲ ਦਾ। ਲਾਰਡ ਵਿਲੀਅਮ ਬੈਂਟਿਕ ਹੈ, ਮੁਲਕ ਦਾ ਪਹਿਲਾ ਗਵਰਨਰ ਜਨਰਲ ਹੈ। ਵਾਰਨ हेस्टिंग्स है, वो बंगाल तक का कह दें फर्स्ट गवर्नर जनरल ऑफ बंगाल है। सो ओवरऑल पूरा मतलब काम है टैट करन नूं फिरदे सी। 1853 ਦੇ ਵਿੱਚ पूरा मतलब सारा ਐ पूरा कह दईए ਆਪਾਂ भी ਐ ਸੀ ਵੀ ਹਮਲਾ ਹੋਣ ਨਹੀਂ ਦਿੰਦੇ, पूरी बचत ਕਰਨ ਦੀ प्रोटेक्शन, किधरे LG ला, किधरे फलाना ला, आ 12 मैंबर करते, आ भी ਵਧਾਈ ਅੱਠੇ है, आ भी कंपनी जान के डायरेक्टर घटाते, किन्ना मर्जी कर लैन बच्चों, किन्ना मर्जी। चक्कर की पै गया, विद्रोह तां 1857 दा फिर भी हो गया। कंपनी नूं नहीं छड्डदे अपने वाले हुण, क्योंकि अग राजियां दे घरां तक पहुंच गई सी। मैं कहना लोकां नूं भी इन्नी बनाउण दी कोशिश की गई भी चार्टर एक्ट 1853 ने अपने इंडियंस नूं भी अलाउ करता
ਫॉर ਓਪਨ ਕੰਪੀਟੀਸ਼ਨ ਇਨ ਦ ਸਿਲੈਕਸ਼ਨ ਆਫ ਸਿਵਲ ਸਰਵੈਂਟ, ਵੀ ਤੁਸੀਂ ਵੀ ਸਿਵਲ ਸਰਵੈਂਟ ਬਣ ਸਕਦੇ ਹੋ। ਕਿਉਂਕਿ ਇੱਕ ਦਿਮਾਗ 'ਚ ਆਪਣੇ ਲੋਕਾਂ ਦੇ ਇੱਥੇ ਇੱਕ ਕੀ ਬਣ ਗਈ ਸੀ, ਧਾਰਨਾ ਬਣ ਗਈ ਸੀ ਵੀ ਇਹ ਜਾਣ ਕੇ ਆਪਾਂ ਨੂੰ ਕਲਰਕੀ ਲਾਉਣ ਨੂੰ ਫਿਰਦੇ ਹੈ, ਇਹ ਤਾਂ ਹੀ ਆਪਾਂ ਨੂੰ ਪੜ੍ਹਾਉਣ ਨੂੰ ਫਿਰਦੇ ਹੈ ਵੀ ਆਪਾਂ ਤਾਂ ਬਸ ਆਪਾਂ ਦਾ ਪੀਐਨ ਚਪੜਾਸੀ ਰੱਖਣਗੇ, ਇਹ ਆਪਾਂ ਨੂੰ ਤਾਂ ਕਾਗਜ਼ ਪੱਤਰ ਚੱਕਣ ਵਾਸਤੇ ਰੱਖਣਗੇ ਵੀ ਜਾਂ ਉਧਰ ਫੜਾਇਆ ਇਧਰੋਂ ਫੜ ਲਿਆ ਫਲਾਨਾ ਝੌਂਕਾ। ਇਸ ਐਕਟ ਨੇ ਉਸ ਨਾਰਾਜ਼ਗੀ ਨੂੰ ਦੂਰ ਕਰਨ ਦੀ ਕੋਸ਼ਿਸ਼ ਵੀ ਕੀਤੀ। ਆ ਦੇਖੋ ਕੀ ਲਿਖਿਆ ਹੈ, Act introduced an open competition for selection of civil servant। So overall ਬੱਚੋ ਆਪਾਂ ਕੀ ਕਹਿ ਸਕਦੇ ਹਾਂ ਕਿ ਪੂਰਾ ਹਰ ਵਰਗ ਨੂੰ ਖੁਸ਼ ਕਰਨ ਦੀ ਕੋਸ਼ਿਸ਼ ਕਰੀ, ਬਟ ਹੁਣ ਨਹੀਂ ਖੁਸ਼ ਹੁੰਦੇ ਬਿੱਲੂ, 100 ਸਾਲ ਦੇ ਮੰਝ ਹੀ ਜਾਂਦੇ ਹੋ। ਆ ਦੇਖ ਕੇ ਹੁਣ ਲਾਲਚ 4-5 ਫੇਰ ਮੰਜਨ ਨੂੰ ਫਰਦੇ ਹੈ, ਵਿਦਰੋਹ ਹੋ ਗਿਆ। ਲਓ ਵੀ 1857 ਦੇ ਵਿੱਚ ਜ਼ਬਰਦਸਤ ਵਿਦਰੋਹ ਹੋ ਗਿਆ ਬੱਚੋ। ਅਖੀਰਕਾਰ ਫਿਰ ਜਿਹੜੀ ਕੰਪਨੀ ਆਪਣੇ ਮੁਲਕ ਨੂੰ ਕਈ 100 ਸਾਲ ਪਿਛਲੇ 100 ਸਾਲ ਤੋਂ ਲੁੱਟ ਰਹੀ ਹੈ, ਖਾ ਰਹੀ ਹੈ, ਮਾਂਜ ਰਹੀ ਹੈ, ਉਹ ਕੰਪਨੀ ਦਾ ਆਪਣੇ ਵਾਲਿਆਂ ਨੇ ਕਬਾੜਾ ਕਰਤਾ, ਕਬਾੜਾ ਸਾੜਤੀ ਕੰਪਨੀ। ਕਿਤੇ ਕਿਤੇ ਅੱਗ ਲਾ ਕੇ ਭੱਜ ਜਾਂਦੇ ਆ, ਕਿਤੇ ਕਿਤੇ ਭੱਜ ਜਾਂਦੇ ਆ, ਕਿਤੇ ਕਿਤੇ ਉਹ ਵਿਚਾਰੇ ਉਧਰ ਭੱਜਦੇ, ਉਧਰ ਅੱਗ ਲੱਗੀ ਪਈ ਆ, ਉਧਰ ਭੱਜਦੇ ਉਧਰ ਭੱਜਦੇ, ਉਹ ਬੌਂਦਲੇ ਪਏ ਆ ਕਿੱਧਰ ਜਾਈਏ ਕੀ ਕਰਗੇ। ਕੰਪਨੀ ਬਰਾਬਰ ਸੜਕ ਤੇ ਲਿਆਂਦੀ, ਨੰਗ ਭੂਤਨੀ ਤੰਗ ਕਰਤੇ, ਚੱਕ ਤੇ ਫੱਟੇ। 13 ਮਹੀਨਿਆਂ ਦੀ ਜੰਗ ਸੀ ਇਹ, ਤੇ ਅਖੀਰਕਾਰ ਯੂਕੇ ਵੀ ਹਿੱਲ ਗਿਆ ਵੀ ਆੜੀ ਹੁਣ ਤਾਂ ਕੰਮ ਜਮੀ ਆਊਟ ਆਫ ਕੰਟਰੋਲ ਹੋ ਗਿਆ ਓਏ। ਇਹ ਤਾਂ ਵਿਦਰੋਹ ਮਸਾਂ ਦੱਬਿਆ, ਮਸਾਂ ਸਾਂਭਿਆ, ਮਸਾਂ ਸੁਪਰੈਸ ਕੀਤਾ ਵੀ ਇਹ ਤਾਂ ਕੰਮ ਟੇਢਾ ਹੋ ਗਿਆ। ਫਿਰ ਉਸ ਸਮੇਂ ਜਦੋਂ ਆਪਣਾ ਵਿਦਰੋਹ ਹੁੰਦਾ ਨਾ, ਉਸ ਸਮੇਂ ਆਪਣਾ ਗਵਰਨਰ ਜਨਰਲ ਪਤਾ ਕੌਣ ਹੁੰਦਾ? ਲਾਰਡ ਕੈਨਿੰਗ। ਕੌਣ ਹੁੰਦਾ ਬੱਚੋ? ਲਾਰਡ ਕੈਨਿੰਗ ਨੇ ਫਿਰ ਕੀ ਕਰਿਆ? ਸਪੈਸ਼ਲ ਦਰਬਾਰ ਲਾਇਆ। ਇਹਨੇ ਸਪੈਸ਼ਲ ਦਰਬਾਰ ਕਿੱਥੇ ਲਾਇਆ? ਇਲਾਹਾਬਾਦ ਵਿੱਚ। ਲਾਰਡ ਕੈਨਿੰਗ ਨੇ ਇਲਾਹਾਬਾਦ 'ਚ ਦਰਬਾਰ ਲਾਇਆ, ਜਿੱਥੇ ਇਹਨੇ ਕੀ ਕਿਹਾ ਵੀ ਭਾਈ ਅੱਜ ਤੋਂ ਬਾਅਦ, ਲੈਣ ਬਹੁਤ ਧਿਆਨ ਨਾਲ ਸੁਣਨੀ ਆ, ਬੜੀ ਕੀਮਤੀ ਨਾਲ ਧਿਆਨ ਦਿਓ, ਧਿਆਨ ਭਟਕਾਓ ਨਾ। ਲਾਰਡ ਕੈਨਿੰਗ ਨੇ ਇਲਾਹਾਬਾਦ ਦਰਬਾਰ 'ਚ ਸਪੈਸ਼ਲ ਪਤਾ ਕੀ ਕਿਹਾ? ਕਹਿੰਦਾ ਅੱਜ ਤੋਂ ਬਾਅਦ ਇਸ ਮੁਲਕ ਦੇ ਵਿੱਚ ਕੰਪਨੀ ਰੂਲ ਖਤਮ ਕੀਤਾ ਜਾਂਦਾ ਹੈ, ਕੰਪਨੀ ਰੂਲ ਖਤਮ ਕੀਤਾ ਜਾਂਦਾ ਹੈ, ਤੇ ਇਸ ਮੁਲਕ ਨੂੰ, ਇਸ ਟ੍ਰਾਇੰਗਲ ਨੂੰ ਹੁਣ ਆਪਣੀ ਯੂਕੇ ਸਰਕਾਰ ਆਪੇ ਸਾਂਭੂ, ਆਪੇ ਸਮਝੂ, ਆਪੇ ਦੇਖੂ। ਬਸ ਐਡਾ ਵੱਡਾ ਨਤੀਜਾ ਨਿਕਲਿਆ, ਕੰਪਨੀ ਰੂਲ ਖਤਮ ਤੇ ਆਪਣਾ ਮੁਲਕ ਸਿੱਧਾ ਯੂਕੇ ਦੇ ਅੰਡਰ ਆ ਗਿਆ। ਯੂਕੇ ਦਾ ਰਾਜਾ ਕਰਾਊਨ ਉਹ ਆਪਣੇ ਮੁਲਕ ਨੂੰ ਚਲਾਊਗਾ। ਲਓ ਵੀ ਫਿਰ ਬੱਚੋ ਅੱਜ ਦੀ ਕਲਾਸ ਦਾ ਆਖਰੀ ਐਕਟ, ਗਵਰਨਮੈਂਟ ਆਫ ਇੰਡੀਆ ਐਕਟ 1858। ਹੁਣ ਆ ਰਹੀ ਹੈ ਇੱਕ ਨਵੀਂ ਸ਼ੁਰੂਆਤ, ਕਿਉਂਕਿ ਵਿਦਰੋਹ ਹੋ ਗਿਆ, ਹੁਣ ਤਾਂ ਕੰਪਨੀ ਪੜ ਰਹੀ ਹੈ, ਕੰਪਨੀ ਕੰਪਨੀ ਗਈ। ਮਾਰਕਟ ਦਾ ਨਿਊ ਬਿਗਨਿੰਗ ਇਨ ਦਾ ਕਨਸਟੀਟਿਊਸ਼ਨਲ ਹਿਸਟਰੀ ਆਫ ਇੰਡੀਆ। ਨਵੀਂ ਬਿਗਨਿੰਗ। ਪਹਿਲੀ ਗੱਲ ਤਾਂ ਉਦੋਂ ਆਪਣੇ ਬ੍ਰਿਟਿਸ਼ ਪ੍ਰਧਾਨ ਮੰਤਰੀ ਕੌਣ ਸੀ ਬੱਚੋ? ਪਾਲਮਰ ਸਟੋਨ ਨੇ ਇੱਕ ਬਿੱਲ ਇੰਟਰੋਡਿਊਸ ਕੀਤਾ 1858 ਦੇ ਵਿੱਚ। ਕਾਹਦੇ ਵਿੱਚ ਕੀਤਾ? ਫॉर ट्रांसफर ऑफ पावर टू द क्राउन। समझ गया ਲੈਣ ਵੀ ਜਿਹੜੀ ਪਾਵਰ ਪਹਿਲਾਂ ਆਪਾਂ ਕੰਪਨੀ ਨੂੰ ਦੇ ਰੱਖੀ ਹੈ, ਵੀ ਕੰਪਨੀ ਆਪਣੇ ਮੁਲਕ ਨੂੰ ਚਲਾ ਰਹੀ ਹੈ, ਹਾਂ ਇਨਡਾਇਰੈਕਟਲੀ ਸਰਕਾਰ ਐਕਟ ਪਾਸ ਕਰਦੀ ਹੈ ਕੰਟਰੋਲ ਕਰਨ ਵਾਸਤੇ, ਪਰ ਚਲਾ ਕੌਣ ਰਹੀ ਹੈ? ਚਲਾ ਕੌਣ ਰਹੀ ਸੀ? ਕੰਪਨੀ। ਸੋ ਕੰਪਨੀ ਦਾ ਹੁਣ ਇੱਥੇ ਕੀ ਕਰਤਾ ਬੱਚੋ? ਖਾਤਮਾ। ਕੰਪਨੀ ਰੂਲ ਵਾਜ਼ ਕੰਪਲੀਟਲੀ ਐਂਡਡ। ਆਹ ਚੀਜ਼ ਆਪਾਂ ਯਾਦ ਰੱਖਣਾ ਹੈ। ਦੂਜੀ ਗੱਲ, ਮੈਂ ਤੁਹਾਨੂੰ ਇੱਕ ਪਿਟਸ ਇੰਡੀਆ ਐਕਟ ਵੇਲੇ ਨਾ ਆ ਟਾਈਟਲ ਵੀ ਲਿਖਾਇਆ ਸੀ, ਫਿਰ ਲਿਖ ਲਿਓ, ਦ ਐਕਟ ਵਾਸ ਟਾਈਟਲਡ ਐਜ਼ ਐਨ ਐਕਟ ਫॉर द ਬੈਟਰ ਗਵਰਨਮੈਂਟ ਫॉर ਇੰਡੀਆ। ਹੁਣ ਗਵਰਨਮੈਂਟ, ਹੁਣ ਆਪਾਂ ਮੁਲਕ ਸਰਕਾਰ ਦੇ ਅੰਡਰ ਆ ਗਿਆ ਨਾ, ਜਦੋਂ ਸਰਕਾਰ ਦੇ ਅੰਡਰ ਆ ਜੇ ਫਿਰ ਗਵਰਨਮੈਂਟ ਹੋਣ ਲੱਗ ਜਾਂਦੀ ਹੈ। ਹੁਣ ਇਹੋ ਜਿਹਾ ਕੁਝ ਵੀ ਕਰਨ ਲੱਗ ਗਏ, ਤਾਂ ਹੀ ਤੁਸੀਂ ਨਾਂ ਦੇਖਿਆ ਕੀ ਹੈ? ਗਵਰਨਮੈਂਟ ਆਫ ਇੰਡੀਆ 1858। ਹੁਣ ਸਰਕਾਰੀ ਰਾਜ ਸਟਾਰਟ ਹੋ ਗਿਆ ਬੱਚੋ। ਐਨ ਐਕਟ ਫॉर द ਬੈਟਰ ਗਵਰਨਮੈਂਟ ਆਫ ਇੰਡੀਆ। ਸੋ ਆਹ ਪੁਆਇੰਟ ਬੜੇ ਕਲਾਸ ਹੈ। ਕੰਪਨੀ ਨੂੰ ਕੌਣ ਚਲਾਉਂਦਾ ਸੀ? ਬੋਰਡ ਆਫ ਕੰਟਰੋਲ, ਕੋਰਟ ਆਫ ਡਾਇਰੈਕਟਰ। ਹੁਣ ਕੰਪਨੀ ਹੈਗੀ ਹੈ? ਨਹੀਂ। ਫਿਰ ਉਹਨਾਂ ਦਾ ਕੀ ਕੰਮ ਹੈ? ਉਹ ਖਤਮ ਕਰਤੇ ਬੱਚੋ। ਇਸ ਐਕਟ ਨੇ ਅਬੋਲਿਸ਼ ਦਾ ਮਤਲਬ ਕੀ ਹੁੰਦਾ ਹੈ? ਖਤਮ ਕਰਤਾ ਕੰਪਨੀ ਰੂਲ ਨੂੰ, ਖਤਮ ਕਰਤਾ ਫਿਰ ਕੋਰਟ ਆਫ ਡਾਇਰੈਕਟਰ ਨੂੰ, ਖਤਮ ਕਰਤਾ ਫਿਰ ਬੋਰਡ ਆਫ ਕੰਟਰੋਲ ਨੂੰ। ਯਾਦ ਰੱਖਿਓ, ਕੋਰਟ ਆਫ ਡਾਇਰੈਕਟਰ ਕਦੋਂ ਬਣਾਇਆ ਸੀ? 1773 ਦੇ ਵਿੱਚ। ਬੋਰਡ ਆਫ ਕੰਟਰੋਲ ਕਦੋਂ ਬਣਾਇਆ ਸੀ? 1784 ਦੇ ਵਿੱਚ। ਕਦੋਂ ਦੋਨੇ ਖਤਮ ਕਰਤੇ? 1858 ਦੇ ਵਿੱਚ। ਫਿਰ ਇਸ ਐਕਟ ਨੇ ਫਿਰ ਨਵੀਆਂ, ਆ ਦੇਖੋ, ਦੋ ਚੀਜ਼ਾਂ ਖਤਮ ਕਰਤੀਆਂ,
ਸਰਕਾਰ ਫਿਰ ਹੁਣ ਆਪਦੇ ਹਿਸਾਬ ਨਾਲ ਦੋ ਚੀਜ਼ਾਂ ਲੈ ਕੇ ਆਊਗੀ। ਇੱਕ ਤਾਂ ਬੱਚੋ ਸਰਕਾਰ ਨੇ ਕੀ ਕਿਹਾ ਹੈ, ਜਿਹੜਾ ਕਰਾਊਨ ਹੈ, ਰਾਜਾ ਹੈ, ਉਹ ਚਲਾਊਗਾ ਇਸ ਮੁਲਕ ਨੂੰ। ਉਹ ਤਾਂ ਹੁਣ ਯੂਕੇ ਬੈਠਾ ਹੈ, ਉਹ ਕਿਹਦੇ ਥਰੂ ਚਲਾਊਗਾ? ਇੱਕ ਬੰਦਾ, ਇੱਕ ਪੋਸਟ ਲਿਆਂਦੀ, ਸੈਕਟਰੀ ਆਫ ਸਟੇਟ ਫॉर ਇੰਡੀਆ। ਸੈਕਟਰੀ ਆਫ ਸਟੇਟ ਫॉर ਇੰਡੀਆ ਆਮ ਤੌਰ ਤੇ ਯੂਕੇ ਦਾ ਇੱਕ ਕੈਬਨਿਟ ਮੰਤਰੀ ਹੀ ਹੁੰਦਾ ਸੀ। यूके ਦਾ कैबिनेट मंत्री ही की ਹੁੰਦਾ ਸੀ? सॉस। इसको मैं ना सॉस बोला करूंगा, सैकटरी ऑफ स्टेट फॉर इंडिया। सो 1858 ਦੇ ਵਿੱਚ ਕੀ ਹੋਇਆ? ਇੱਕ ਨਵੀਂ ਪੋਸਟ ਆ ਗਈ। ਦੋ ਚੀਜ਼ਾਂ ਆਪਾਂ ਖਤਮ ਕਰਤੀਆਂ, ਦੋ ਚੀਜ਼ਾਂ ਆਪਾਂ ਲੈ ਕੇ ਆਉਣੀਆਂ। ਆ ਪਹਿਲੀ ਤਾਂ ਆ ਪਈ ਹੈ ਸੱਚ, ਹਾਂ ਆ ਵੀ ਲਿਖੋ। ਪਹਿਲਾ ਸੈਕਟਰੀ ਕੌਣ ਸੀ ਬੱਚੋ? लॉर्ड स्टैनली। पहला सेक्रेटरी कौन सी? लॉर्ड स्टैनली। लॉर्ड स्टैनली। ਅੱਜ ਤੁਹਾਨੂੰ ਕਿੰਨੇ ਬੰਦੇ ਕਰਾਤੇ ਮੈਂ? लॉर्ड स्टैनली, फ्रैडरिक हैलीडे, लॉर्ड मकॉले, विलियम बेंटिक ਤੇ ਪਿੱਛੇ ਆਪਾਂ ਕੀ ਦੇਖਿਆ ਸੀ? ਸਭ ਤੋਂ ਪਹਿਲਾਂ ਮੈਂ ਲਾਸਟ ਕਲਾਸ ਹੀ ਦੇਖਿਆ ਸੀ ਆਪਾਂ, ਵਾਰਨ ਹੇਸਟਿੰਗਸ। ਸੋ ਆ ਤਾਂ ਪਹਿਲੀ ਚੀਜ਼ ਹੋ ਗਈ। ਦੂਜੀ, ਇਹ ਐਕਟ ਨੇ ਕੀ ਬਣਾਤਾ? ਕਾਉਂਸਲ ਆਫ ਇੰਡੀਆ। ਯਾਦ ਰੱਖਣਾ ਹੈ ਦੋ ਚੀਜ਼ਾਂ ਕਿਹੜੀਆਂ ਆਈਆਂ? ਇੱਕ ਤਾਂ ਆਪਣਾ ਸੌਸ ਆ ਗਈ, ਸੌਸ ਨਾਲ ਆ ਪੈਟੀ ਆ ਗਈ। ਕਾਉਂਸਲ ਆਫ ਇੰਡੀਆ, ਕਾਉਂਸਲ ਆਫ ਇੰਡੀਆ ਵਿੱਚੋਂ ਕਿੰਨੇ ਮੈਂਬਰ ਹੈ? 15। ਇਹ ਆਪਾਂ ਯਾਦ ਰੱਖਣਾ ਹੈ। ਲਓ ਵੀ ਅੱਜ ਦੀ ਕਲਾਸ ਦਾ ਆਖਰੀ ਪੁਆਇੰਟ, 1858 ਦੇ ਐਕਟ ਦੇ ਵਿੱਚ ਆਪਾਂ ਹੁਣ ਤੱਕ ਇੱਕ ਪੋਸਟ ਪੜ੍ਹਦੇ ਆਏ ਹਾਂ, ਸਭ ਤੋਂ ਪ੍ਰਮੁੱਖ ਗਵਰਨਰ ਜਨਰਲ। ਪਰ ਯੂਕੇ ਨੇ ਇਸ ਐਕਟ ਦੇ ਵਿੱਚ ਇੱਕ ਨਵੀਂ ਪੋਸਟ ਲਿਆਂਦੀ, ਵਾਇਸ ਰॉय। ਇਹ ਪੁੱਛਣਗੇ ਵਾਇਸਰਾय ਦੀ ਪੋਸਟ ਕਿਹੜੇ ਐਕਟ ਥਰੂ ਕ੍ਰੀਏਟ ਕੀਤੀ ਗਈ ਹੈ? 1858। ਹੁਣ ਤੁਸੀਂ ਕਹੋਗੇ ਸਰ ਵਾਇਸरॉय क्या होता है? ਆ ਦੇਖੋ, ਅ ਨਿਊ ਆਫਿਸ ਵਾਇਸरॉय ਵਾਸ ਕ੍ਰੀਏਟਡ। ਦੇਖੋ ਹੁਣ ਆਪਣੇ ਦੇਸ਼ 'ਚ ਮੇਨ ਕੀ ਹੈ? ਰਾਜੇ ਦੀਆਂ ਰਿਆਸਤਾਂ। ਰਾਜੇ ਦੀਆਂ ਰਿਆਸਤਾਂ ਨੂੰ ਆਪਾਂ ਕਿਆ ਬੋਲਦੇ ਹਾਂ? ਪ੍ਰਿੰਸਲੀ ਸਟੇਟਸ। ਆਹੀ ਚੀਜ਼ ਹੁੰਦੀ ਹੈ ਨਾ, ਰਾਜੇ ਦੀ ਰਿਆਸਤ ਪ੍ਰਿੰਸਲੀ ਸਟੇਟਸ ਹੁੰਦੀ ਹੈ। ਤੇ ਦੂਜੇ ਪਾਸੇ ਬੱਚੋ ਕੀ ਹੁੰਦਾ ਹੈ? ਆਪਣੇ ਪੀਪਲ, ਆਮ ਲੋਕ ਵੀ ਹੈ। ਉਹ ਕਹਿੰਦੇ ਇੱਕ ਬੰਦਾ ਆਪਾਂ ਨਾਲ ਇਹੋ ਜਿਹਾ ਵੀ ਲੈ ਕੇ ਆਓ ਨਵਾਂ, ਵੀ ਜਿਹੜਾ ਆਪਣੇ ਮੁਲਕ ਦੇ ਰਾਜਿਆਂ ਦਾ ਯੂਕੇ ਦੇ ਰਾਜੇ ਦੇ ਨਾਲ ਕਨੈਕਸ਼ਨ ਬਣਾ ਕੇ ਰੱਖੇ, ਵੀ ਇਹਨਾਂ ਦੀ ਆਪਸ ਚ ਵਾਰਤਾਲਾਪ ਹੁੰਦੀ ਰਹੇ। ਵਾਰਤਾਲਾਪ, ਵਾਇਸरॉय ਦਾ ਮਤਲਬ ਵਾਰਤਾਲਾਪ ਵਾਲਾ ਬੰਦਾ ਹੀ ਹੁੰਦਾ। ਆ ਦੇਖੋ ਮੈਂ ਕੀ ਲਿਖਿਆ, along with this a new office of viceroy was created to work as a diplomat to parley। ਇੱਥੇ ਉਹ ਨਹੀਂ ਹੈਗਾ ਪਾਰਲੇ ਜੀ, ਇੱਥੇ ਪਾਰਲੇ ਮਤਲਬ ਹੁੰਦਾ ਵਾਰਤਾਲਾਪ with princely states। ਬਟ ਇਹਦਾ ਮਤਲਬ ਪੋਸਟ ਬੜੀ ਵੱਡੀ ਹੋ ਗਈ ਹੈ। ਤਾਂ ਫਿਰ ਕਿਤੇ ਨਾ ਕਿਤੇ ਸਰਕਾਰ ਬਾਅਦ ਚ ਇਹ ਵੀ ਡਰ ਗਈ ਕਿ ਇੱਕ ਪਾਸੇ ਗਵਰਨਰ ਜਨਰਲ, ਇੱਕ ਪਾਸੇ ਵਾਇਸरॉय, ਇਹ ਦੋਨੇ ਪਤੰਦਰ ਇੱਥੇ ਇੰਡੀਆ 'ਚ ਬੈਠੇ ਕੀ ਹੈ? ਕੁੰਡੀਆਂ ਦੇ ਸਿੰਘ ਵਸਾ ਲਿਆ ਕਰਨਗੇ। ਇਹਨਾਂ ਸਿੰਘ ਵਾਰੀ ਵਾਰੀ ਕਿਹੜਾ ਕਢਾਉਣ ਜਾਊ? ਕੀ ਪਤਾ ਸਿੰਘ ਸਮਾਰ ਕੇ ਡਾਲਣ, ਮੁੜ ਕੇ ਨਿਕਲ ਨਹੀਂ ਨਾ। ਵੀ ਇਹਨਾਂ ਦਾ ਆਪਸ ਦੇ ਵਿੱਚ ਕੌਨਫਲਿਕਟ ਅਹੁਦਿਆਂ ਦਾ ਹੋ ਸਕਦਾ ਹੈ। ਵੀ ਉਹ ਕਹੂ ਮੈਂ ਘੈਂਟ ਹੈ, ਉਹ ਕਹੂ ਮੈਂ ਘੈਂਟ ਹੈ। ਤੁਹਾਨੂੰ ਪਤਾ ਇਹ ਤਾਂ ਦੁਨੀਆ ਦੀ ਫਿਤਰਤ ਹੈ, ਘੈਂਟ ਘੈਂਟ ਦੇ ਚੱਕਰ 'ਚ ਕੁੰਡਾ ਹੋ ਜਾਂਦਾ ਹੈ। ਤੇ ਇਹ ਤਾਂ ਪੱਕਾ ਕੁੰਡਾ ਕਰਾਉਣਗੇ। ਫਿਰ ਭਾਈ ਅਖੀਰਕਾਰ ਇਹਨਾਂ ਨੇ ਕਹਿਤਾ, ਉਹ ਕਹਿੰਦੇ ਐਂ ਕਰੋ ਯਾਰ, ਇਹ ਦੋਨੇ ਕੰਮ ਇੱਕ ਬੰਦੇ ਹੀ ਕਰ ਲਿਆ ਕਰੂਗਾ। ਤਾਂ ਕਰਕੇ ਬੱਚੋ ਉਸੇ ਬੰਦੇ ਨੂੰ ਗਵਰਨਰ ਜਨਰਲ ਕਹਿ ਦਿੰਦੇ ਸੀ, ਉਸੇ ਬੰਦੇ ਨੂੰ ਵਾਇਸरॉय ਕਹਿ ਦਿੰਦੇ ਸੀ। ਆ ਦੇਖੋ, ਹਾਊਐਵਰ ਬੋਥ ਦ ਆਫਿਸਸ ਟੂ ਬੀ ਹੈਲਡ ਬਾਈ ਸੇਮ ਪਰਸਨ। ਲਓ ਵੀ ਮੁੰਡਿਓ, ਇਹਦੇ ਨਾਲ ਸਾਰੇ ਐਕਟ ਵਧੀਆ ਪੜ੍ਹ ਲਓ। ਹੁਣ ਆਪਣਾ ਮੁਲਕ ਅੱਜ ਕੰਪਨੀ ਤੋਂ ਸ਼ਿਫਟ ਹੁੰਦਾ ਹੁੰਦਾ ਸਰਕਾਰ ਦੇ ਅੰਡਰ ਆ ਗਿਆ। ਸੋ ਨੈਕਸਟ ਕਲਾਸ ਦੇ ਵਿੱਚ ਹੁਣ ਸਰਕਾਰ ਰਾਜ ਪੜ੍ਹਨ ਜਾ ਰਹੇ ਹਾਂ। ਸੋ ਉਹ ਐਕਟ ਉਸ ਤਰੀਕੇ ਦੇ ਹੋਣਗੇ, ਤਾਂ ਹੀ ਮੈਨੂੰ ਕਲਾਸੀਫਾਈ ਕੀਤਾ ਹੋਇਆ ਸੀ। ਵੀ ਵੈਸੇ ਤੁਹਾਨੂੰ ਮੈਂ ਲਾਸਟ ਕਲਾਸ ਇੱਥੋਂ ਤੱਕ ਹੀ ਪੜ੍ਹਾਉਣਾ ਸੀ, ਬਟ ਉਹ ਕਿਸੇ ਕਾਰਨ ਕਰਕੇ ਕਲਾਸ ਠੁੱਸ ਹੋ ਗਈ। ਇਹ ਬੜੀ ਗੱਲ ਹੈ। ਆਪਾਂ ਅੱਜ ਫੇਰ ਲਾਤੀ ਤੇ ਅਖੀਰਕਾਰ ਫਿਰ ਕੱਲ ਨੂੰ, ਹੁਣ ਕੱਲ ਤੋਂ ਆਪਾਂ ਇੱਕ ਨਵਾਂ ਚੈਪਟਰ ਸਟਾਰਟ ਕਰਾਂਗੇ। ਇਹਦੇ ਵਿੱਚ ਹੀ ਕਰਨਾ ਨਵਾਂ ਚੈਪਟਰ। ਹੁਣ ਕੱਲ ਤੋਂ ਇੱਕ ਸਰਕਾਰੀ ਰਾਜ। ਸਰਕਾਰ ਤੁਹਾਨੂੰ ਪਤਾ ਹੀ ਹੈ, ਸਰਕਾਰ ਦਾ ਕੰਮ ਕਰਨ ਦਾ ਤਰੀਕਾ ਕੀ ਹੋਊਗਾ, ਵੀ ਸਰਕਾਰ ਹੁਣ ਸਰਕਾਰੀ ਕੰਮ ਕਰੂਗੀ। ਚਲੋ ਠੀਕ ਹੈ, ਕਿਉਂ ਟਾਈਮ ਵੇਸਟ ਕਰਿਆ ਬੱਚੇ। ਫਿਰ ਆਪਾਂ ਕੱਲ ਨੂੰ ਮਿਲਦੇ ਹਾਂ ਨਵੀਂ ਕਲਾਸ ਦੇ ਵਿੱਚ। ਆਪਾਂ ਕੱਲ ਨੂੰ ਮਿਲਦੇ ਹਾਂ। ਸਤਿ ਸ਼੍ਰੀ ਅਕਾਲ ਫਿਰ ਸਾਰਿਆਂ ਨੂੰ। ਗੁੱਡ ਨਾਈਟ, ਸਵੀਟ ਡ੍ਰੀਮਸ, ਟੇਕ ਕੇਅਰ।